गुड आफ्टरनून जी जिवें ਆਪਾਂ ਅੱਜ SAP ਦੀ ਟ੍ਰੇਨਿੰਗ ਸ਼ੁਰੂ ਕੀਤੀ ਹੈ ਜਾਂ SAP ਦੀ ਟ੍ਰੇਨਿੰਗ ਕਰਾਂਗੇ ਤਾਂ SAP ਟ੍ਰੇਨਿੰਗ ਦੇ ਵਿੱਚ ਜਿਹੜੀ ਇਸ ਵਕਤ 97 ਟਾਊਨ ਦੀ ਸਕੀਮ ਚੱਲ ਰਹੀ ਹੈ IPDS ਦੇ ਅੰਦਰ ਠੀਕ ਹੈ ਜੀ ਤਾਂ ਉਸੇ PPT ਹੈ ਇਸ ਨਾਲ ਤੁਹਾਨੂੰ SAP ਦੀ ਇੰਟਰੋ ਦਵਾਂਗਾ ਕਿ ਇੰਟਰੋਡਕਸ਼ਨ SAP ਦੀ ਜਿਸ ਨਾਲ ਤੁਹਾਨੂੰ ਅੱਗੇ SAP ਦੇ ਜਦੋਂ ਪ੍ਰੈਕਟੀਕਲ ਵਰਕ ਕਰਾਂਗੇ ਉਸ ਦੀ ਟਰਮੀਨੋਲੋਜੀ ਪਤਾ ਹੋਣੀ ਚਾਹੀਦੀ ਹੈ ਜੋ ਚੀਜ਼ਾਂ ਪਤਾ ਹੋਣਗੀਆਂ ਤਾਂ ਹੀ ਆਪਾਂ SAP ਦੇ ਪ੍ਰੈਕਟੀਕਲ ਕੰਮ ਕਰ ਪਾਵਾਂਗੇ ਤੇ SAP ਦੇ ਵਿੱਚ ਜਿਹੜੀ ਕੁਝ ਸਬਜੈਕਟਾਂ ਕਵਰ ਕੀਤੀਆਂ ਸੀ ਇਹਨਾਂ ਨੇ ਜਿਹੜੇ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਵੱਲੋਂ ਇੱਕ ਸਕੀਮ ਆਈ ਸੀ ਉਹਦੇ ਅੰਦਰ RAPDRP ਸੀ ਜਿੱਥੇ 30,000 ਤੋਂ ਜ਼ਿਆਦਾ ਪਾਪੂਲੇਸ਼ਨ ਹੈ ਉਹ ਟਾਊਨ ਕਵਰ ਕੀਤੇ ਸੀ 47 ਟਾਊਨ 47 ਟਾਊਨ ਉਸ ਸਕੀਮ ਦੇ ਵਿੱਚ ਕਵਰ ਕਰਨ ਤੋਂ ਬਾਅਦ ਇੱਕ ਸਕੀਮ ਹੋਰ ਆਈ IPDS ਸਕੀਮ ਇਹਦੇ ਅੰਡਰ ਜਿੱਥੇ 5,000 ਤੋਂ ਜ਼ਿਆਦਾ ਪਾਪੂਲੇਸ਼ਨ ਹੈ ਉਹ ਟਾਊਨ ਕਵਰ ਕੀਤੇ ਇਸ ਸਕੀਮ ਦੇ ਅੰਡਰ ਹੁਣ ਜਿਹੜੀ ਸਕੀਮ ਦੇ ਅੰਡਰ ਉਸ ਥਾਂ ਤੇ ਕੀ ਹੋ ਗਿਆ ਕੰਪਿਊਟਰਾਈਜ਼ ਸਿਸਟਮ ਹੋ ਗਿਆ ਜਿੱਥੇ SAP ਤੇ ਵਰਕ ਹੋ ਰਿਹਾ ਹੈ ਤੇ SAP ਦੇ ਨਾਲ ਹੀ ਕੰਜ਼ਿਊਮਰ ਡੀਲਿੰਗ ਹੋ ਰਹੀ ਹੈ ਤੇ SAP ਆਉਣ ਦਾ ਆਪਾਂ ਨੂੰ ਫਾਇਦਾ ਕੀ ਹੋਇਆ ਕਿ ਜਿਵੇਂ ATM ਲੋਸਿਸ ਵਗੈਰਾ ਹੈ ਇਸ ਸਕੀਮ ਦੇ ਅੰਦਰ ATM ਲੋਸਿਸ ਦੀ ਰਿਪੋਰਟਿੰਗ ਵਗੈਰਾ ਕੱਢਾਂਗੇ ਆਪਾਂ ਤਾਂ ਉਹ ਜਿਹੜੇ ਟ੍ਰੇਸ ਲੋਸਿਸ ਵਗੈਰਾ ਟ੍ਰੇਸ ਕਰਨੇ ਸੌਖੇ ਹੋ ਗਏ ਐਗਜ਼ਾਮਪਲ ਜਿਵੇਂ ਕਿ ਉੱਥੇ ਕੋਈ ਫੀਡਰ ਦੇ ਵਿੱਚ ਯੂਨਿਟ ਪੰਪ ਹੋਏ ਨੇ ਕਿ ਇੰਨੇ ਯੂਨਿਟ ਪੰਪ ਹੋਏ ਤੇ ਇੰਨੇ ਬਿਲਿੰਗ ਹੋਈ ਹੈ ਤਾਂ ਜਿਹੜੀ ਬਿਲਿੰਗ SDM ਦੇ ਥਰੂ ਹੋਈ ਹੈ ਜਦ CBCL ਦੇ ਥਰੂ ਹੋਈ ਆ ਉਸ ਦੋਨਾਂ ਦਾ ਜਿਹੜਾ ਡਿਫਰੈਂਸ ਆਇਆ ਯੂਨਿਟਾਂ ਦਾ ਤਾਂ ਜਾਂ ਤਾਂ ਲੋਸਿਸ ਹੈ ਜਾਂ ਥੈਫਟ ਹੈ ਤਾਂ ਇਸ ਨਾਲ ਕੀ ਹੋਇਆ ਆਪਣੀ ਜਿਹੜੀ ਟੀਮਸ ਜਿਹੜੀਆਂ ਆਡਿਟ ਕਰਦੀਆਂ ਨੇ ਜਾਂ ਇਨਫੋਰਸਮੈਂਟ ਚੈਕਿੰਗ ਕਰਨ ਜਾਂਦੀਆਂ ਤਾਂ ਉਹਨਾਂ ਲਈ ਵੀ ਸਿੰਪਲ ਇੱਕ ਲਿਖਤ ਆਊਟਪੁੱਟ ਨਾਲ ਟ੍ਰੇਸ ਕਰਨਾ ਸੌਖਾ ਹੋ ਜਾਏਗਾ ਨੈਕਸਟ ਆ ਗਿਆ ਜਿਹੜਾ ਲਾਸਟ ਪੁਆਇੰਟ ਲਿਖਿਆ ਸੀ ਅਕਾਊਂਟੇਬਿਲਿਟੀ ਲਈ ਆਪਾਂ ਯੂਜ਼ ਕਰਦੇ ਹਾਂ ਜਿਵੇਂ ਪ੍ਰੋਜੈਕਟ ਦੀ ਲਾਸਟ ਮੰਥ ਦੇ ਵਿੱਚ ਆਪਾਂ ਉਹਦਾ ਰੈਵਨਿਊ ਚੈੱਕ ਕਰਨਾ ਹੈ ਕਿੰਨਾ ਰੈਵਨਿਊ ਜਨਰੇਟ ਹੋਇਆ ਹੈ ਕਿੰਨਾ ਅਸੀਂ ਕੈਸ਼ ਆਪਾਂ ਨੇ ਰਿਸੀਵ ਕੀਤਾ ਹੈ ਕਿੰਨੀ ਆਨਲਾਈਨ ਪੇਮੈਂਟ ਆਈ ਹੈ ਨੈਟ ਬੈਂਕਿੰਗ ਦੇ ਥਰੂ ਆਈ ਹੈ ਤੇ ਕਿੰਨੀ ਡਿਫਾਲਟਿੰਗ ਰਹਿ ਗਈ ਹੈ ਤੇ ਕਿੰਨੀ ਅਸੀਂ ਰਿਕਵਰੀ ਨਹੀਂ ਕਰ ਪਾਏ ਤੇ ਕਿਹੜੇ ਕਿਹੜੇ ਡਿਪਾਰਟਮੈਂਟ ਦੀ ਬਿਲਿੰਗ ਹਾਲੇ ਪਈ ਹੈ ਕਿਹੜੇ ਕਨੈਕਸ਼ਨਾਂ ਦੀ ਪਈ ਹੈ ਕਿਹੜੀ ਕੈਟਾਗਰੀ ਦੀ ਹਾਲੇ ਬਿਲਿੰਗ ਨਹੀਂ ਹੋਈ ਤਾਂ ਸਿੰਗਲ ਕਲਿੱਕ ਤੇ ਸਾਨੂੰ ਉੱਥੇ ਆਊਟਪੁੱਟ ਮਿਲ ਜਾਂਦੀ ਹੈ ਜਿਸ ਨਾਲ ਮੋਨੀਟਰਿੰਗ ਜੋ ਕਰ ਰਿਹਾ ਸੈੱਲ ਉਹ ਮੋਨੀਟਰਿੰਗ ਸੈੱਲ ਵੀ ਤੁਹਾਨੂੰ ਸਬਡੀ ਦੇ ਨਾਲ ਮੋਨੀਟਰ ਕਰ ਸਕਦਾ ਹੈ ਤੇ ਜਿੱਥੇ SAP ਦਾ ਜਿਹੜਾ ਸਰਵਰ ਹੈ PSPCL ਦਾ ਜਿੱਥੇ ਵੀ ਐਕਸੈਸ ਹੈ ਉੱਥੇ ਆਪਾਂ ਇਸ ਦਾ ਐਕਸੈਸ ਲੈ ਕੇ ਉਸੇ ਕੰਜ਼ਿਊਮਰ ਦੀ ਡਿਟੇਲ ਆਪਾਂ ਚੈੱਕ ਕਰ ਸਕਦੇ ਹਾਂ ਇਸ 'ਚ ਕੋਈ ਕੁਐਸਚਨ ਹੋਵੇ ਆਪਣਾ ਤੁਹਾਡਾ ਕੁਝ ਡਾਊਟ ਹੋਵੇ ਨੋ ਸਰ ਕਲੀਅਰ ਹੋ ਤੱਕ ਸਿਰਫ ਪੰਜਾਬ ਚ ਹੋ ਰਹੀ ਹੈ ਕਿ ਹੋਰ ਵੀ ਸਟੇਟ ਚ ਵੀ? SAP ਇੱਕ ਹਾਰਡਵੇਅਰ ਸੌਫਟਵੇਅਰ ਹੈ ਪਰ ਉਹਦਾ ਜਿਹੜਾ ਪ੍ਰੋਜੈਕਟ ਆਪਾਂ ਵਰਕ ਕਰ ਰਹੇ ਹਾਂ ਤਾਂ ਆਪਾਂ ਉਸਦੇ ਕੁਝ ਪ੍ਰੋਜੈਕਟ ਨੂੰ ਆਪਾਂ ਇਸ ਵਿੱਚ ਯੂਜ਼ ਕੀਤਾ ਹੈ ਤਾਂ ਆਪਾਂ ਨੂੰ ਇੱਕ IP ਮਿਲ ਗਿਆ ਇੱਕ ਸਰਵਰ ਐਡਰੈਸ ਮਿਲ ਗਿਆ ਤਾਂ ਉਸ ਸਰਵਰ ਦੇ ਵਿੱਚ ਜੋ ਵੀ ਹੈ ਡੀਲਿੰਗ PSPCL ਹੀ ਕਰਦਾ ਹੈ ਹੋਰ ਕੋਈ ਨਹੀਂ ਸਟੇਟ ਕਰ ਰਹੀ ਹੈ? ਵਰਕ ਦਾ BSNL ਹੋਰ ਵੀ ਕੰਪਨੀ ਯੂਜ਼ ਕਰਦੀਆਂ ਨੇ ਅੱਛਾ ਜੀ। ਪਰ ਅਲੱਗ-ਅਲੱਗ ਜਿਵੇਂ ਉਹਨਾਂ ਦਾ ਪ੍ਰੋਜੈਕਟ ਹੈ ਜਿਵੇਂ PSPCL ਦੇ ਵਿੱਚ ਵੀ SAP ਦਾ ਪ੍ਰੋਜੈਕਟ ਹੈ ਤਾਂ ਇਸ ਨੂੰ ਕਸਟਮਾਈਜ਼ ਕਰਾਉਂਦੇ ਹਾਂ ਆਪਾਂ ਕਸਟਮਾਈਜ਼ ਕਰਨ ਲਈ ਇੱਕ ਅਲੱਗ ਟੀਮ ਬੈਠਦੀ ਹੈ ਉਹ ਇਸ ਨੂੰ ਕਸਟਮਾਈਜ਼ ਕਰਦੀ ਹੈ SAP ਦੇ ਸਟੈਂਡਰਡ ਪ੍ਰੋਸੈਸ ਨੂੰ ਆਪਾਂ ਕਸਟਮਾਈਜ਼ ਕਰਕੇ PSPCL ਵਿੱਚ ਯੂਜ਼ ਕਰਦੇ ਹਾਂ ਕਿ ਹਰ ਇੱਕ ਜੋ ਵੀ ਕੰਪਨੀਆਂ ਨੇ ਉਹਨਾਂ ਦਾ ਹਰ ਇੱਕ ਨਿਊ ਕਨੈਕਸ਼ਨ ਦਾ ਜਾਂ ਕੋਈ ਹੋਰ ਪ੍ਰੋਸੈਸ ਨੇ ਉਹਨਾਂ ਦਾ ਅਲੱਗ ਵੇ ਹੈ ਪਰ PSPCL ਦਾ ਜਿਹੜਾ ਕੰਜ਼ਿਊਮਰ ਨਾਲ ਡੀਲਿੰਗ ਦਾ ਇੱਕ ਅਲੱਗ ਵੇ ਹੈ ਜੇ ਕੋਈ ਸਰਵਿਸ ਸੈਂਟਰ ਹੈ ਉਹ ਕੰਜ਼ਿਊਮਰ ਤੋਂ ਕੁਛ ਜਿਹੜੀ ਆਪਣੀ ਇਨਫੋਰਮੇਸ਼ਨ ਲੈਂਦਾ ਹੈ ਅਸੀਂ ਕੀ ਲੈਣਾ ਇਨਫੋਰਮੇਸ਼ਨ ਅਸੀਂ ਆਪਣੀ ਲੋਡ ਕੈਟਾਗਰੀ ETC ਬਹੁਤ ਚੀਜ਼ਾਂ ਲੈਣੀਆਂ ਉਹ ਆਪਾਂ ਕੀ ਆਪਣੀ PSPCL ESM ਰੈਗੂਲੇਸ਼ਨ ਦੇ ਅਕੋਰਡਿੰਗ ਲੈਂਦੇ ਹਾਂ ਤਾਂ ਉਸ ਦੇ ਅਕੋਰਡਿੰਗ ਹੀ ਆਪਾਂ SAP ਨੂੰ ਕਸਟਮਾਈਜ਼ ਕਰ ਲੈਂਦੇ ਹਾਂ SAP ਦੇ ਵਿੱਚ ਦੋ ਵਰਜ਼ਨ ਆਪਾਂ ਯੂਜ਼ ਕਰ ਰਹੇ ਹਾਂ ਇੱਕ SAP ISU ਇੱਕ SAP CRM ਜਿਹੜਾ SAP ISU ਹੈ ਇਹ GUI ਇੰਟਰਫੇਸ ਹੈ ਇਹ T-code ਬੇਸ ਤੇ ਹੁੰਦਾ ਹੈ ਜਿਸ ਨਾਲ ਅਸੀਂ ਕੋਈ ਕਸਟਮਰ ਇੰਟਰੈਕਸ਼ਨ ਕਰਨਾ ਹੈ ਤੇ ਕਸਟਮਰ ਦੀ ਡਿਟੇਲ ਚੈੱਕ ਕਰਨੀ ਹੈ ਤਾਂ ਆਪਾਂ ਇੱਕ ਸਿੰਗਲ T-code ਲਗਾਵਾਂਗੇ ਉਹ T-code ਨਾਲ ਇੱਕ ਨਿਊ ਸਕਰੀਨ ਖੁੱਲ ਜਾਏਗੀ ਉਸ ਸਕਰੀਨ ਦੇ ਵਿੱਚ ਆਪਾਂ ਕੰਜ਼ਿਊਮਰ ਦਾ ਅਕਾਊਂਟ ਨੰਬਰ ਪਾਵਾਂਗੇ ਤੇ ਅਕਾਊਂਟ ਨੰਬਰ ਪਾਉਣ ਤੋਂ ਬਾਅਦ ਉਹ ਕੰਜ਼ਿਊਮਰ ਦੀ ਡਿਟੇਲ ਮਿਲ ਜਾਏਗੀ ਆਪਾਂ ਨੂੰ ਤੇ ਕੰਜ਼ਿਊਮਰ ਦੀ ਕਿੰਨੀ ਬਿਲਿੰਗ ਹੋਈ ਹੈ ਲਾਸਟ ਬਿਲਿੰਗ ਕਦੋਂ ਹੋਈ ਹੈ ਇਹਦੀ ਫਸਟ ਬਿਲਿੰਗ ਕਦੋਂ ਹੋਈ ਸੀ ਕਿੰਨੇ ਦੇ ਆਰਡਰ ਬਣੇ ਨੇ ਉਹ ਸਾਰੀ ਡਿਟੇਲ ਆਪਾਂ ਨੂੰ ISU ਦੇ ਵਿੱਚ ਮਿਲ ਜਾਂਦੀ ਹੈ ਨਾਲ ਆ ਜਾਂਦਾ ਇੱਕ ਆਪਾਂ ਯੂਜ਼ ਕਰ ਰਹੇ CRM ਵਰਜ਼ਨ ਜਿਹੜੀ ਕਸਟਮਰ ਸਰਵਿਸ ਦਿੰਦੇ ਆਪਾਂ ਫਰੰਟ ਡੈਸਕ ਤੇ ਉਹ ਫਰੰਟ ਡੈਸਕ ਲਈ ਜਿਹੜੀ ਕੰਜ਼ਿਊਮਰ ਡੀਲਿੰਗ ਕਰ ਰਹੇ ਆਪਾਂ ਫਰੰਟ ਡੈਸਕ ਤੇ ਉਸ ਲਈ ਆਪਾਂ CRM ਵਰਜ਼ਨ ਯੂਜ਼ ਕਰ ਰਹੇ ਹਾਂ CRM ਦੇ ਵਿੱਚ ਉਹ ਹੈਗੀ ਵੈਬ GUI SAP ISU ਹੈ GUI ਬੇਸ ਤੇ ਮਤਲਬ ਇੱਕ ਐਪਲੀਕੇਸ਼ਨ ਤੇ ਚੱਲਦਾ ਹੈ ਤੇ CRM ਇੱਕ ਵੈਬ GUI ਤੇ ਚੱਲਦਾ ਹੈ ਇੰਟਰਨੈਟ ਐਕਸਪਲੋਰਰ ਤੇ ਆਪਾਂ ਇਸ ਨੂੰ ਯੂਜ਼ ਕਰਦੇ ਹਾਂ
ਉਹ ਇੱਕ ਟੈਬ ਬੇਸ ਤੇ ਹੈ ਕਿ ਟੈਬਸ ਬਣੀਆਂ ਹੋਈਆਂ ਕਿ ਅਸੀਂ ਜੋ ਕੰਮ ਕਰਨਾ ਉਹ ਟੈਬ 'ਤੇ ਜਾ ਕੇ ਕਲਿੱਕ ਕਰਾਂਗੇ ਤਾਂ ਉਹ ਸਕਰੀਨ ਓਪਨ ਹੋ ਜਾਏਗੀ। ISC ਦੇ ਵਿੱਚ ਕੀ ਸੀ, ਇੱਕ ਆਪਾਂ ਨੂੰ ਟੀ ਕੋਡ ਯਾਦ ਕਰਨਾ ਪੈਂਦਾ, ਟੀ ਕੋਡ ਰਨ ਕਰਨਾ ਪੈਂਦਾ ਤਾਂ ਇੱਕ ਸਕਰੀਨ ਓਪਨ ਹੁੰਦੀ ਹੈ। ਹੁਣ ਜੋ ਆਪਣਾ PSPCL ਦੇ ਮੋਡਿਊਲਸ ਜੋ ਸਬ ਡਿਵੀਜ਼ਨ ਨਾਲ ਲਿੰਕ ਨੇ ਉਹ ਮੋਡਿਊਲ ਦੇ ਇੰਟਰੋ ਦੇ ਰਹੇ ਹਾਂ ਕਿ ਆਹ ਕੁਛ ਮੋਡਿਊਲ ਨੇ ਜਿਹੜੇ ਸਬ ਡਿਵੀਜ਼ਨ ਦੇ ਨਾਲ ਲਿੰਕ ਕਰਦੇ ਨੇ, ਕਿਉਂਕਿ ਕਾਫੀ ਮੋਡਿਊਲ ਹੋਰ ਵੀ ਹੈ ਜੋ ਬੈਕਐਂਡ ਤੇ ਵੀ ਯੂਜ਼ ਹੁੰਦੇ ਪਰ ਉਹਦਾ ਸਬ ਡਿਵੀਜ਼ਨ ਨਾਲ ਕੋਈ ਲਿੰਕ ਨਹੀਂ ਹੈ। ਸਭ ਤੋਂ ਪਹਿਲਾ ਮੋਡਿਊਲ ਹੈ ਫਾਈਕਾ ਮੋਡਿਊਲ। ਜਿਵੇਂ ਤੁਹਾਨੂੰ ਕੁਛ ਲੋੜ ਹੈਗਾ ਕਿ ਤੁਸੀਂ ਨੋਟ ਕਰਨਾ ਹੈ ਤਾਂ ਤੁਸੀਂ ਡਾਇਰੀ 'ਤੇ ਨੋਟ ਕਰ ਲਿਓ, ਜਿਹੜਾ ਤੁਹਾਨੂੰ ਸਾਡੇ ਸਬ ਡਿਵੀਜ਼ਨ 'ਚ ਜਾ ਕੇ ਪ੍ਰੈਕਟੀਕਲ ਵਰਕ ਕਰਨ ਦੇ ਵਿੱਚ, ਜੇ ਆਪਾਂ ਹੁਣ ਕੁਛ ਪ੍ਰੈਕਟੀਕਲ ਕਰਾਂਗੇ ਉਹ ਵਰਕ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇ। ਜੋ ਪੁਆਇੰਟ ਤੁਹਾਨੂੰ ਲੱਗਦਾ ਨੋਟ ਕਰਨ ਵਾਲਾ ਤੁਸੀਂ ਪੁਆਇੰਟ ਨੋਟ ਕਰ ਲਿਓ। ਫਾਈਕਾ ਮੋਡਿਊਲ ਜਿਹੜਾ ਉਹ ਪੇਮੈਂਟ ਨਾਲ ਲਿੰਕ ਕਰਦਾ ਹੈ, ਫਾਈਨਾਂਸ ਨਾਲ ਜੋ ਵੀ ਫਾਈਨਾਂਸ ਦੀ ਕੁਐਰੀਜ਼ ਵਗੈਰਾ ਨੇ ਉਸ ਲਈ ਇੱਕ ਟੀਮ ਬਣਾਈ ਹੋਈ ਫਾਈਕਾ। ਉਹ ਫਾਈਕਾ ਟੀਮ ਉਸ ਨੂੰ ਡੀਲ ਕਰਦੀ ਹੈ ਤੇ ਉਹਨੂੰ ਰਿਜ਼ੋਲਵ ਕਰਦੀ ਹੈ। ਇਸ ਵਿੱਚ ਆਂਦਾ ਕੀ ਕਵਰ ਕੀ ਹੁੰਦਾ ਹੈ, ਪੇਮੈਂਟ ਦੇ ਰਿਲੇਟਡ ਜਿੰਨੀ ਵੀ ਟ੍ਰਾਂਜੈਕਸ਼ਨ ਹੋਈਆਂ ਉਹ ਸਾਰੀ ਫਾਈਕਾ ਵਿੱਚ ਕਵਰ ਹੋਣਗੀਆਂ। ਨੈਕਸਟ CS ਆ ਗਿਆ ਕਸਟਮਰ ਸਰਵਿਸ ਮੋਡਿਊਲ। ਇਹਦਾ ਸਾਰਾ ਵਰਕ ਕਿਸ ਦੇ ਉੱਤੇ ਹੋ ਰਿਹਾ, CRM ਦੇ ਉੱਤੇ ਹੋ ਰਿਹਾ। CRM ਇੱਕ ਟੈਬ ਬੇਸ ਤੇ ਹੈ, ਟੈਬ ਬੇਸ ਵਿੱਚ ਆਪਾਂ ਜੇ ਉਹਦਾ ਨਿਊ ਕਨੈਕਸ਼ਨ ਅਪਲਾਈ ਕਰਨਾ ਟੈਬ ਤੇ ਕਲਿੱਕ ਕਰਾਂਗੇ, ਨਿਊ ਕਨੈਕਸ਼ਨ ਅਪਲਾਈ ਹੋ ਜਾਏਗਾ। ਲੋਡ ਚੇਂਜ ਕਰਨਾ ਤਾਂ ਲੋਡ ਚੇਂਜ ਅਪਲਾਈ ਹੋਏਗਾ। ਉਹ ਸਾਰਾ ਟੈਬ ਬੇਸ ਦੇ ਉੱਤੇ ਆਪਾਂ CRM ਦੇ ਵਿੱਚ ਵਰਕ ਕਰ ਲਾਂਗੇ। ਨੈਕਸਟ ਆ ਗਿਆ ਬਿਲਿੰਗ ਦੇ ਵਿੱਚ ਜਿਵੇਂ ਹੁੰਦਾ ਕਿ ਕੋਈ ਬਿਲਿੰਗ ਹੋ ਰਹੀ ਹੈ, SBM ਨੇ ਰੀਡਿੰਗ ਅਪਲੋਡ ਕੀਤੀਆਂ, SAP ਸਰਵਰ ਤੇ ਰੀਡਿੰਗ ਅਪਲੋਡ ਹੋ ਜਾਂਦੀ ਹੈ। SBM ਦੇ ਸਪੋਰਟ ਬਾਈ ਮਸ਼ੀਨ ਰੀਡਿੰਗਾਂ ਲੈਂਦਾ ਫੀਲਡ ਵਿੱਚ ਜਾ ਕੇ, ਉਹ ਰੀਡਿੰਗ ਸਰਵਰ ਤੇ ਅਪਲੋਡ ਹੋਏਗੀ ਤਾਂ ਨੈਕਸਟ ਉਹਦੀ ਬਿਲਿੰਗ ਆਊਟ ਆਫ SAP ਤੇ ਉਹਦੀ ਕੈਲਕੂਲੇਸ਼ਨ ਹੋ ਕੇ ਬਿਲਿੰਗ ਹੋ ਜਾਏਗੀ। ਪਲੱਸ SBM ਜਿਹੜਾ ਬॉय ਹੈ ਉਹ ਬਿਲਿੰਗ ਕੰਜ਼ਿਊਮਰ ਦੇ ਘਰੇ ਵੀ ਡਿਲੀਵਰ ਕਰਕੇ ਆਏਗਾ। ਤੇ ਇਹਦੀ ਜੇ ਆਪਾਂ ਕਰੈਕਸ਼ਨ ਕਰਨੀ ਹੈ, ਇੰਜੀਨੀਅਰਸ ਵਿੱਚ ਲਿਖਿਆ ਬਿਲਿੰਗ ਦੇ ਵਿੱਚ ਇੱਕ ਰਿਵਰਸਲ ਹੈ, ਉਹਦੀ ਰਿਕੁਐਸਟ ਪਏਗੀ। ਜਿੰਨੀ ਵੀ ਰਿਕੁਐਸਟ ਪੈਣੀ ਹੈ, ਜਿੰਨੀ ਵੀ ਅਪਰੂਵਲ ਦੇ ਥਰੂ ਕੰਮ ਹੋਣਾ ਹੈ, ਜਿ ਅਦਰ ਐਜ਼ ਪਰ ESIM ਦੇ ਅਕੋਰਡਿੰਗ ਰੈਗੂਲੇਸ਼ਨ ਦੇ ਅਕੋਰਡਿੰਗ ਕੁਛ ਅਪਰੂਵਲ ਅਥਾਰਟੀਆਂ ਹੁੰਦੀਆਂ ਕਿ RA ਸਾਹਿਬ ਜਾਂ SDO ਸਰ ਜਾਂ ਐਕਸਿਨ ਦੀ ਅਥਾਰਟੀ ਦੇ ਥਰੂ ਇਹ ਅਪਰੂਵਲ ਹੋਣੀ ਹੈ ਤਾਂ ਉਹਦੇ ਥਰੂ ਉਹਦੇ ਬਿੱਲ ਰਿਵਰਸ ਵੀ ਹੋ ਸਕਦੇ ਨੇ। ਜਿਵੇਂ ਇਨ ਫਿਊਚਰ 'ਚ ਕੰਜ਼ਿਊਮਰ ਜਦੋਂ ਚੈਲੰਜ ਕਰ ਦਿੰਦਾ ਹੈ ਕਿ ਮੇਰਾ ਬਿੱਲ ਦੀ ਰੀਡਿੰਗ ਗਲਤ ਪੈ ਗਈ ਹੈ ਤੇ ਕੁਝ ਵੀ ਕਿਸੇ ਵੀ ਤਰੀਕੇ ਕਰਕੇ ਮਿਸਟੇਕ ਹੋ ਸਕਦੀ ਹੈ, ਟੈਕਨੋਲੋਜੀ ਕਰਕੇ ਮਿਸਟੇਕ ਕਰਕੇ ਤਾਂ ਬਿੱਲ ਗਲਤ ਬਣ ਗਿਆ ਤਾਂ ਕਰੈਕਸ਼ਨ ਹੋਏਗੀ। ਤਾਂ ਜਿੱਥੇ ਆਰਡਰ ਆ ਜਾਂਦਾ, ਜਿੱਥੇ ਵੀ ਆਰਡਰ ਕ੍ਰੀਏਟ ਹੋਣਾ ਹੈ ਤਾਂ ਉਹ CRM ਕੋਲ ਹੋਏਗਾ, ਮੈਂ CRM ਦੇ ਵਿੱਚੋਂ ਸਾਰਾ ਵਰਕ ਹੋਏਗਾ। ਨੈਕਸਟ ਆ ਜਾਂਦਾ DM ਜਿਵੇਂ ਇਹ ਵੀ ਇੱਕ ਅਲੱਗ ਮੋਡਿਊਲ ਹੈ। ਇਹਦੇ 'ਚ ਡਿਵਾਈਸ ਦੇ ਰਿਲੇਟਡ, ਡਿਵਾਈਸ ਦੇ ਵਿੱਚ ਆਪਾਂ ਮੀਟਰ ਵੀ ਆ ਸਕਦੇ ਨੇ, ਉਹਨੂੰ ਕਿਹੜਾ ਮੀਟਰ ਲੱਗਿਆ ਹੈ, ਸੋਲਰ ਮੀਟਰ ਲੱਗਿਆ ਹੈ, ਨੋਰਮਲ ਮੀਟਰ 3 ਫੇਸ ਲੱਗਿਆ, ਸਿੰਗਲ ਫੇਸ ਲੱਗਿਆ। ਇਹ ਸਾਰੀ ਚੀਜ਼ ਜੋ ਰੀਡਿੰਗਾਂ ਉਹਦੀ ਕਰੈਕਸ਼ਨ ਵਗੈਰਾ ਉਹ ਸਭ ਕੁਝ DM ਦੇ ਵਿੱਚ ਕਵਰ ਹੋਏਗਾ। ਉਹ DM ਮੋਡਿਊਲ ਇੱਕ ਟੀਮ ਹੈ, ਉਹ ਤੁਹਾਨੂੰ ਉਹ ਬਾਰੇ ਗਾਈਡ ਕਰੇਗੀ। ਤੇ ਹੈ ਕਿ DM ਦੇ ਵਿੱਚ ਜਿਵੇਂ ਨਾਮ ਤੋਂ ਪਤਾ ਲੱਗ ਰਿਹਾ ਡਿਵਾਈਸ ਮੈਨੇਜਮੈਂਟ, ਕਿ ਡਿਵਾਈਸ ਦੇ ਰਿਲੇਟਡ ਜੋ ਵੀ ਉਸਦੀਆਂ ਹੁੰਦੀਆਂ ਨੇ, ਜਿਵੇਂ ਆਪਾਂ ਕੱਲ੍ਹ ਨੂੰ ਇਹਦਾ ਐਸਟੀਮੇਟ ਬਣਾਉਣਾ ਕਿਸੇ ਕੰਜ਼ਿਊਮਰ ਦਾ ਤਾਂ ਡਿਵਾਈਸ ਉਹਦੇ ਕੰਪੋਨੈਂਟ ਬੇਸ 'ਤੇ ਉਹਦਾ ਐਸਟੀਮੇਟ ਬਣਨਾ ਹੈ ਕਿ ਉਹਦਾ ਟਰਾਂਸਫਾਰਮਰ ਜਦੋਂ ਲੱਗਿਆ ਇੰਸਟਾਲ ਕੀਤਾ ਹੈ ਜਾਂ ਇੱਕ ਪੋਲ ਇੰਸਟਾਲ ਹੋਇਆ ਹੈ ਤਾਂ ਉਸ 'ਚ ਸਰਵਿਸ ਲਾਈਨ ਪਈ ਹੈ ਤਾਂ ਇਹਨਾਂ ਦਾ ਇੱਕ ਕੰਪੋਨੈਂਟ ਹੁੰਦਾ, ਉਸ ਬੇਸ 'ਤੇ ਐਜ਼ ਪਰ ESIM ਇੱਕ ਸਟੈਂਡਰਡ ਕੋਸਟ ਹੁੰਦੀ ਹੈ ਤਾਂ ਉਹ ਸਟੈਂਡਰਡ ਕੋਸਟ ਦੇ ਨਾਲ ਇਸ ਦੇ ਪੈਸੇ ਚਾਰਜ ਹੋ ਜਾਣਗੇ। ਤਾਂ ਉਹ DM ਦੇ ਵਿੱਚ ਵੀ ਉਹ ਕੰਪੋਨੈਂਟ ਨੂੰ ਇੱਕ ਅਸਾਈਨ ਕੀਤੀ ਹੋਏਗੀ ਉਸਦੀ ਵੈਲਿਊ ਕਿ ਇਸ ਦੀ ਇਨਾ ਸਟੈਂਡਰਡ ਐਜ਼ ਪਰ ਪ੍ਰਾਈਸ ਇਹਦਾ PSPCL ਦੀ ESIM ਦੇ ਅਕੋਰਡਿੰਗ ਹੈ। ਨੈਕਸਟ ਹੈ GIS ਦੇ ਵਿੱਚ ਕੀ ਆਉਂਦਾ ਕਿ ਉਹੀ ਤੁਹਾਨੂੰ ਦੱਸਿਆ ਜਿਵੇਂ ਸਟਾਰਟਿੰਗ 'ਚ ਦੱਸਿਆ ਸੀ ਕਿ ਫੀਡਰ ਨਾਲ ਲਿੰਕ, ਤੇ ਫੀਡਰ ਨਾਲ ਲਿੰਕ ਕਰਨ ਲਈ ਇੱਕ ਪ੍ਰੋਸੈਸ ਵੀ ਹੋਏਗਾ। ਤੁਸੀਂ ਇੱਕ ਮੋਡਿਊਲ ਵੀ ਹੈ, ਇੱਕ ਟੀਮ ਡੀਲ ਕਰਦੀ ਹੈ ਕਿ ਜਿਵੇਂ ਵੀ ਅਸੀਂ ਆਪਾਂ ਅਕਾਊਂਟ ਨੰਬਰ ਲਗਾਏ ਨੇ ਉਸ ਕਨੈਕਸ਼ਨ ਨੂੰ ਕਿਸੇ ਇੱਕ ਪੋਲ ਨਾਲ ਆਪਾਂ ਉਸ ਦੀ ਕਨੈਕਟੀਵਿਟੀ ਕਰਾਂਗੇ, ਜਿਸ ਬੇਸ 'ਤੇ ਕੱਲ੍ਹ ਨੂੰ ਆਪਾਂ ਰਿਪੋਰਟ ਕੱਢਾਂਗੇ ਤਾਂ ਉਸਦੀ ਆਊਟਪੁੱਟ ਵੀ ਦੇ ਦਿਓ ਕਿ ਇਸ ਪੋਲ ਦੇ ਅੰਡਰ ਕਿੰਨੇ ਕੰਜ਼ਿਊਮਰ ਸੀ ਜਾਂ ਇਸ ਟਰਾਂਸਫਾਰਮਰ ਦੇ ਅੰਡਰ ਕਿੰਨੇ ਕੰਜ਼ਿਊਮਰ ਸੀ ਤੇ ਕਿੰਨੀ ਇਸਦੀ ਬਿਲਿੰਗ ਪੰਪ ਹੋਈ ਹੈ, ਕਿੰਨੇ ਯੂਨਿਟ ਪੰਪ ਹੋਏ ਨੇ ਤੇ ਕਿੰਨੀ ਬਿਲਿੰਗ ਹੋਈ ਹੈ, ਕਿੰਨੇ ਯੂਨਿਟ ਬਿਲਡ ਹੋਏ ਨੇ। ਤਾਂ ਉਸਦੀ ਆਪਾਂ ਨੂੰ ਟੈਗਿੰਗ ਕਰਨੀ ਹੁੰਦੀ ਹੈ, ਉਹ GIS ਦੇ ਮੋਡਿਊਲ ਦੇ ਥਰੂ ਹੁੰਦੀ ਹੈ। ਤਾਂ ਜੋ JE ਟੈਕਨੀਕਲ ਇੰਸਟਾਲੇਸ਼ਨ ਕਰਦਾ ਮੀਟਰ ਦੀ ਤਾਂ GIS ਦੇ ਵਿੱਚ ਕੀ ਹੁੰਦਾ ਕਿ ਮੀਟਰ ਇੰਸਟਾਲ ਕਰਨ ਵੇਲੇ ਇੱਕ ਉਹ ਫੀਡਰ ਦਾ ਕੋਡ ਹੁੰਦਾ ਹੈ ਤੇ JE ਉਸ ਨੂੰ ਆਪਣਾ ਪੋਲ ਦਾ ਜਾਂ ਫੀਡਰ ਦਾ ਜਾਂ DT ਦਾ ਜਿਸ ਦੀ ਵੀ ਲੋਕੇਸ਼ਨ ਪਤਾ ਹੈ ਨੀਅਰਸਟ ਜਿਹੜੀ ਲੋਕੇਸ਼ਨ ਹੋਗੀ ਕੰਜ਼ਿਊਮਰ ਦੀ ਉਹ ਪ੍ਰੋਵਾਈਡ ਕਰਦਾ ਹੈ, ਜਿਸ ਦੀ ਹੈਲਪ ਨਾਲ ਇਨ ਫਿਊਚਰ ਜਦੋਂ ਅਸੀਂ ਰਿਪੋਰਟ ਕੱਢਾਂਗੇ ਤਾਂ ਕਰੈਕਟ ਨਿਕਲੇਗੀ। ਜੋ ਟੈਗਿੰਗ ਹੀ ਗਲਤ ਕਰੇਗਾ ਤਾਂ ਤੁਹਾਡੀ ਰਿਪੋਰਟ ਵੀ ਆਊਟਪੁੱਟ ਵੀ ਗਲਤ ਆਏਗੀ। ਜੀ ਮਤਲਬ ਕਨੈਕਸ਼ਨ ਲਗਾਉਣ ਵਾਲੇ ਜਿੰਨੇ ਵੀ ਮੋਡਿਊਲ ਨੇ ਤਾਂ ਜੋ ਯੂਜ਼ਰ ਜੋ ਕੰਮ ਕਰ ਰਿਹਾ ਹੈ, ਜੋ ਕੰਮ ਗਲਤ ਕਰ ਰਿਹਾ, ਕੋਈ ਮਿਸਟੇਕ ਕਰ ਰਿਹਾ ਤਾਂ ਉਸ ਨਾਲ ਸਿੱਧਾ ਇਫੈਕਟ ਤੁਹਾਡਾ ਰਿਪੋਰਟਿੰਗ 'ਤੇ ਪੈ ਰਿਹਾ। ਤਾਂ ਰਿਪੋਰਟਿੰਗ ਗਲਤ ਆ ਰਹੀ ਹੈ, ਆਊਟਪੁੱਟ ਗਲਤ ਆ ਰਹੀ ਹੈ ਤਾਂ ਉਸ 'ਚ ਸਿਸਟਮ ਦੀ ਕੋਈ ਮਿਸਟੇਕ ਨਹੀਂ ਹੈ, ਸਿਸਟਮ ਦੀ ਕੋਈ ਕਾਮਨ ਸੈਂਸ ਨਹੀਂ ਹੈ। ਕਾਮਨ ਸੈਂਸ ਉਹ ਯੂਜ਼ਰ ਦੀ ਹੈ ਜੋ ਗਲਤ ਇਨਪੁੱਟ ਦੇ ਰਿਹਾ ਹੈ ਤਾਂ ਆਊਟਪੁੱਟ ਵਿੱਚ ਰਿਪੋਰਟ ਵੀ ਗਲਤ ਹੀ ਆਏਗੀ। ਐਮਡਾਸ
ऐसा है हर साइट पे जेई नहीं आता लगाने के लिए, उन्होंने आके रखे होते हैं। ਬਿਲਕੁਲ ਜੀ ਬਿਲਕੁਲ, ਜੋ ਵੀ ਯੂਜ਼ਰ ਜਾ ਰਿਹਾ ਐਂਡ ਤੇ, ਪਰ ਜੋ ਕੰਪਲੀਸ਼ਨ ਐਸਏਪੀ ਦੇ ਵਿੱਚ ਉਹ ਜੇਈ ਰੋਲ ਤੋਂ ਹੁੰਦੀ ਹੈ, ਜੋ ਜੇਈ ਰੋਲ ਜਿਸ ਨੂੰ ਵੀ ਅਸਾਈਨ ਹੈ ਉਹ ਯੂਜ਼ਰ ਉਸ ਦੀ ਕੰਪਲੀਸ਼ਨ ਕਰ ਸਕਦਾ ਹੈ। ਨੈਕਸਟ ਆ ਗਿਆ ਐਮਡਾਸ। ਐਮਡਾਸ ਇਹ ਮੀਟਰ ਮੋਡਲ ਬੇਸ ਤੇ ਜਿਹੜੀ ਰੀਡਿੰਗ ਅਪਲੋਡ ਹੁੰਦੀ ਹੈ ਕੰਜ਼ਿਊਮਰ ਦੀ, ਜਿਵੇਂ ਨੋਰਮਲੀ ਐਲਐਸ ਜਿਹੜੀ ਆਟੋਮੈਟਿਕ ਰੀਡਿੰਗ ਹੁੰਦੀ ਹੈ, ਏਐਮਆਰ ਜਿਹੜੇ ਕਨੈਕਸ਼ਨ ਕਰ ਦਿੰਦੇ ਆਪਾਂ, ਇਹਨਾਂ ਦੀ ਰੀਡਿੰਗ ਹੁੰਦੀ ਹੈ 31 30 ਨੂੰ ਲਾਸਟ ਮੰਥ ਦੇ ਜਿਹੜੇ ਡੇ ਨੂੰ ਉਹਦੀ ਰੀਡਿੰਗ ਅਪਲੋਡ ਹੋ ਜਾਂਦੀ ਹੈ, ਜਿਸ ਨਾਲ ਸਿਸਟਮ 'ਚ ਆਟੋਮੈਟਿਕ ਬਿੱਲ ਜਨਰੇਟ ਹੋ ਜਾਂਦਾ ਹੈ। ਤੇ ਇਸ ਦੀ ਰੀਡਿੰਗ ਲੈ ਕੇ ਜਾਣ ਲਈ ਕੋਈ ਬੰਦੇ ਦੀ ਜਾਂ ਕਿਸੇ ਯੂਜ਼ਰ ਦੀ ਲੋੜ ਨਹੀਂ, ਉਸ ਨੂੰ ਬਾਅਦ 'ਚੋਂ ਆਊਟਪੁੱਟ ਕੱਢ ਕੇ ਰੀਡਿੰਗ ਦੀ ਇੱਕ ਵਾਰੀ ਬਿਲਿੰਗ ਨੂੰ ਵੈਰੀਫਾਈ ਕਰਨਾ ਹੁੰਦਾ ਹੈ, ਤੇ ਬੀਡੀ ਥਰੂ ਜਿਹੜਾ ਬਿੱਲ ਡਿਸਟਰੀਬਿਊਟ ਕਰਦਾ ਹੈ, ਉਸ ਦੇ ਥਰੂ ਉਸ ਬਿੱਲ ਨੂੰ ਡਿਸਟਰੀਬਿਊਟ ਕੀਤਾ ਜਾਂਦਾ ਹੈ। ਤਾਂ ਉਹ ਰੀਡਿੰਗਾਂ ਅਪਲੋਡ ਇਹ ਸਿਸਟਮ ਆਟੋਮੈਟਿਕ ਕਰੇਗਾ ਜੋ ਉੱਥੇ ਮੋਡਮ ਇੰਸਟਾਲ ਹੈ। ਅਦਰਵਾਈਜ਼ ਜੇ ਮੋਡਮ ਇੰਸਟਾਲ ਨਹੀਂ ਹੈ ਤਾਂ ਫਿਜ਼ੀਕਲੀ ਜਾ ਕੇ ਰੀਡਿੰਗ ਲੈਣੀ ਪਏਗੀ, ਤਾਂ ਉਹ ਸੀਬੀ ਸੈਲ ਦੇ ਥਰੂ ਜਾਂ ਜੋ ਵੀ ਉਸ ਵਕਤ ਅਥਾਰਟੀ ਬਿਲਿੰਗ ਕਰਦੀ ਹੈ ਉਹ ਬਿਲਿੰਗ ਅਥਾਰਟੀ ਤੋਂ ਬਿਲਿੰਗ ਕਰਵਾਉਣੀ ਪਏਗੀ। ਦੈਨ ਫਿਰ ਉਹ ਇਹਦਾ ਪ੍ਰਿੰਟ ਕੱਢ ਕੇ ਉਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਅਥਾਰਟੀ ਨੇ ਵੈਰੀਫਿਕੇਸ਼ਨ ਕਰਨੀ ਹੈ ਉਹ ਵੈਰੀਫਾਈ ਕਰਕੇ ਉਹ ਬਿੱਲ ਨੂੰ ਡਿਲੀਵਰ ਕਰੇਗੀ। ਨੈਕਸਟ ਹੈਗਾ ਬੀਆਈ ਰਿਪੋਰਟਸ ਆਈਐਸਯੂ ਵਿੱਚੋਂ ਵੀ ਫੈਚ ਹੋ ਜਾਂਦੀਆਂ ਨੇ, ਐਗਜ਼ੀਕਿਊਟ ਹੋ ਜਾਂਦੀ ਹੈ, ਤੇ ਬੀਆਈ ਰਿਪੋਰਟਸ 'ਤੇ ਵੀ। ਪਰ ਜਿਹੜੀ ਆਈਐਸਯੂ ਵਿੱਚ ਆਪਾਂ ਡਾਟਾ ਫੈਚ ਕਰਦੇ ਹਾਂ ਉਸ ਵਿੱਚ ਕੁਝ ਟਾਈਮ ਜ਼ਿਆਦਾ ਲੱਗ ਜਾਂਦਾ ਹੈ, ਕਿਉਂਕਿ ਉਸ ਵਿੱਚ ਹੋਰ ਵੀ ਵਰਕ ਹੋ ਰਿਹਾ, ਤੇ ਇਸ ਲਈ ਇੱਕ ਅਲੱਗ ਆਪਾਂ ਬੀਆਈ ਰਿਪੋਰਟ ਦਾ ਇੱਕ ਅਲੱਗ ਲਿੰਕ ਹੈ ਤੇ ਇਹ ਅਲੱਗ ਮੋਡਿਊਲ ਹੈ। ਤੇ ਇਸ ਵਿੱਚ ਕੀ ਹੁੰਦਾ ਕਿ ਇਸਦੀ ਰਿਪੋਰਟਿੰਗ ਆਊਟਪੁੱਟ ਨਿਕਲਦੀ ਹੈ, ਤਾਂ ਸਿੰਗਲ ਕਲਿੱਕ ਤੇ ਆਪਾਂ ਸਾਲ ਦੀ ਉਹਦੀ ਕੀ ਸੈਪਸ਼ਨ, ਸਾਲ ਦੀ ਅਸੈਸਮੈਂਟਲਾਈਜੇਸ਼ਨ, ਮਹੀਨੇ ਦੀ ਅਸੈਸਮੈਂਟਲਾਈਜੇਸ਼ਨ, ਕਿੰਨੇ ਕੰਜ਼ਿਊਮਰ ਇਸ ਸਬ ਡਿਵੀਜ਼ਨ 'ਚ ਕਿੰਨੇ ਕੰਜ਼ਿਊਮਰ ਨੇ, ਕਿੰਨਾਂ ਦੀ ਕੈਟਾਗਰੀ, ਕਿੰਨੇ ਕੰਜ਼ਿਊਮਰ ਕੰਸੈਸ਼ਨ ਲਗਾ ਰਹੇ ਨੇ, ਉਹ ਸਾਰੀ ਆਊਟਪੁੱਟ ਬੀਆਈ ਰਿਪੋਰਟ ਦੇ ਵਿੱਚ ਆ ਜਾਂਦੀ ਹੈ। ਮਾਸ ਵਿੱਚ ਅਸੀਂ ਮਤਲਬ ਜੋ ਵੀ ਮਾਸ ਵਿੱਚ ਡਾਟਾ ਕੱਢਣਾ ਹੈ ਰਿਪੋਰਟ ਬੇਸ 'ਤੇ, ਉਹ ਸਾਰਾ ਉਸ ਲਈ ਯੂਜ਼ ਆਪਾਂ ਬੀਆਈ ਰਿਪੋਰਟਸ ਹੀ ਕਰਾਂਗੇ। ਤੇ ਮੋਡਮ ਦੀ ਰੀਡਿੰਗ ਵੀ ਜੇ ਕੱਢਣੀ ਹੈ ਕਿ ਕਿੰਨੀ ਰੀਡਿੰਗ ਮੋਡਮ ਦੀ ਅਪਲੋਡ ਹੋਈਆਂ ਨੇ, ਉਹ ਸਾਰਾ ਕੁਝ ਸਾਰਾ ਡਾਟਾ ਇਸ ਵਿੱਚ ਬੀਆਈ ਰਿਪੋਰਟਸ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਹੈ। ਤੇ ਆਈਐਸਯੂ, ਐਸਏਪੀ ਤੇ ਬੀਆਈ ਰਿਪੋਰਟ ਦੀ ਜਿਹੜੀ ਆਈਡੀ ਹੋਏਗੀ, ਜੋ ਵੀ ਤੁਹਾਡੀ ਇੰਪਲਾਈ ਆਈਡੀ ਹੋਏਗੀ ਉਹੀ ਤੁਹਾਡੀ ਉਹ ਲੌਗਇਨ ਆਈਡੀ ਹੋਏਗੀ। ਪਾਸਵਰਡ ਤੁਸੀਂ ਆਪਣਾ ਜੋ ਵੀ ਅਲੱਗ-ਅਲੱਗ ਤਿੰਨੋਂ ਰੱਖ ਸਕਦੇ ਹੋ ਐਜ਼ ਪਰ ਜੋ ਤੁਹਾਨੂੰ ਪਸੰਦ ਹੈ। ਨੈਕਸਟ ਆ ਗਿਆ ਜਿਹੜਾ ਇਹਦੇ ਬਿਲਿੰਗ ਜਿਹੜਾ ਹੈਗਾ, ਬਿਲਿੰਗ ਫਲੋ ਕੀ ਹੈ ਇਸਦਾ, ਐਕਚੁਅਲੀ ਪ੍ਰੈਕਟੀਕਲ ਬਿਲਿੰਗ ਹੁੰਦੀ ਕਿਵੇਂ ਹੈ। ਹੁਣ ਐਸਏਪੀ ਦੇ ਵਿੱਚ ਜਦੋਂ ਸਬ ਡਿਵੀਜ਼ਨ ਆਈ ਇਸ ਸਕੀਮ ਦੇ ਅੰਡਰ, ਕਿਸੇ ਸਕੀਮ ਦੇ ਅੰਡਰ ਕੋਈ ਸਬ ਡਿਵੀਜ਼ਨ ਆ ਗਈ ਹੈ, ਤਾਂ ਉਸ ਵਿੱਚ ਕੀ ਕਰਾਂ ਕਿ ਐਸਪੀਸੀਐਲ ਦਾ ਜੋ ਆਈਟੀ ਸੈੱਲ ਹੈ ਉਹ ਡੋਐਕ ਤੋਂ ਡਾਟਾ ਲਏਗਾ, ਉਹ ਡੋਐਕ ਤੋਂ ਡਾਟਾ ਲੈ ਕੇ ਉਸ ਡਾਟੇ ਨੂੰ ਮਾਈਗ੍ਰੇਟ ਕਰੇਗਾ। ਮਾਈਗ੍ਰੇਟ ਸਮਝ ਰਹੇ ਹੋ ਕਿ ਜੋ ਵੀ ਸਾਡਾ ਬੁੱਕਸ ਦੇ ਵਿੱਚ ਜਾਂ ਲੈਜਰਾਂ ਵਿੱਚ ਡਾਟਾ ਸੀ ਉਸ ਨੂੰ ਅਸੀਂ ਇੱਕ ਸੈਪ ਸਰਵਰ ਦੇ ਉੱਤੇ ਅਪਲੋਡ ਕਰਨਾ ਹੈ। ਤੁਸੀਂ ਹਾਂਜੀ, ਡੋਐਕ ਇੱਕ ਚੰਡੀਗੜ੍ਹ ਇੱਕ ਸੈੱਲ ਹੈ, ਡੋਐਕ ਜਿਸ ਨੂੰ ਕਹਿ ਦਿੰਦੇ ਆ, ਜਾਂ ਜਿਹੜਾ ਸਾਨੂੰ ਡਾਟਾ ਪ੍ਰੋਵਾਈਡ ਕਰਦਾ ਹੈ, ਜਿਸ ਕੋਲ ਉਹਦਾ ਮੈਨੂਅਲੀ ਡਾਟਾ ਪਿਆ, ਤਾਂ ਇੱਕ ਫਾਈਲ ਦੇ ਵਿੱਚ ਸਬ ਡਿਵੀਜ਼ਨ ਵੀ ਇਸ ਵਿੱਚ ਸਬ ਡਿਵੀਜ਼ਨ ਤੋਂ ਵੀ ਮੰਗ ਆਪਾਂ ਲੈ ਸਕਦੇ ਹਾਂ ਡਾਟਾ, ਜੋ ਚੰਡੀਗੜ੍ਹ ਸੀਬੀ ਸੈੱਲ ਵੀ ਦੇਗਾ। ਉਹ ਐਸ ਪਰ ਜਦੋਂ ਆਪਾਂ ਮਾਈਗ੍ਰੇਸ਼ਨ ਕਰ ਰਹੇ ਹਾਂ ਉਸ ਵਕਤ ਦਾ ਟਾਈਮ ਦੱਸੇਗਾ ਕਿ ਇਸ ਵਕਤ ਆਪਾਂ ਡਾਟਾ ਕਿਹੜੀ ਟੀਮ ਜਾਂ ਕਿਹੜਾ ਸੈੱਲ ਪ੍ਰੋਵਾਈਡ ਕਰਾਏਗਾ। ਡੋਐਕ ਦੇ ਵਿੱਚ ਆਪਾਂ ਡਾਟਾ ਆਪਾਂ ਨੂੰ ਉਸ ਜੋ ਸਾਡਾ ਡਿਸਾਈਡਡ ਫਾਰਮੈਟ ਹੈ ਉਹਦੇ 'ਚੋਂ ਡਾਟਾ ਦਿੰਦੇ ਨੇ, ਤਾਂ ਆਈਟੀ ਟੀਮ ਦੇ ਵਿੱਚ ਜੋ ਮਾਈਗ੍ਰੇਸ਼ਨ ਟੀਮ ਹੈ ਉਸ ਡਾਟੇ ਨੂੰ ਇੱਕ ਐਸਏਪੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਕਨਵਰਟ ਕਰਕੇ ਅਪਲੋਡ ਕੀਤਾ ਜਾਂਦਾ ਹੈ। ਤਾਂ ਅਪਲੋਡ ਕਰਨ ਨਾਲ ਇਹ ਜੋ ਡਾਟਾ ਹੈ ਜਿਹੜਾ ਉਹ ਸਰਵਰ 'ਤੇ ਅਵੇਲੇਬਲ ਹੋ ਜਾਏਗਾ। ਉਸ ਵਿੱਚ ਕਿ ਉਹਦੇ ਕੰਜ਼ਿਊਮਰ ਦੀ ਕਿੰਨੀ ਜੋ ਹਿਸਟਰੀ ਅਸੀਂ ਅਪਲੋਡ ਕਰ ਸਕਦੇ ਹਾਂ ਕਿ ਇਹਦੀ ਅੱਜ ਤੱਕ ਦੀ ਇੰਨੀ ਬਿਲਿੰਗ ਹੋ ਗਈ ਹੈ, ਇਸਨੇ ਇਸਦੀ ਇੰਨੀ ਡਿਫਾਲਟਿੰਗ ਜਾਂ ਇੰਨੇ ਪੈਸੇ ਇਸਦੇ ਹਾਲੇ ਤੱਕ ਆਊਟਸਟੈਂਡਿੰਗ ਹੈ, ਤਾਂ ਸਾਰੀ ਉਹਦੀ ਹਿਸਟਰੀ ਵਗੈਰਾ ਅਸੀਂ ਸਰਵਰ 'ਤੇ ਅਪਲੋਡ ਕਰ ਦਾਂਗੇ। ਨੈਕਸਟ ਇਹ ਹੋਊਗਾ, ਤਾਂ ਜਦੋਂ ਸਾਰਾ ਲੈਜਰ ਗਰੁੱਪ ਵਗੈਰਾ ਅਪਲੋਡ ਹੋ ਗਿਆ ਸਰਵਰ 'ਤੇ, ਤਾਂ ਅਪਲੋਡ ਹੋਣ ਤੋਂ ਬਾਅਦ ਉਹ ਡਾਟਾ ਨੂੰ ਮੀਟਰ ਰੀਡਿੰਗ ਜਿਹੜਾ ਮੀਟਰ ਰੀਡਰ ਹੈ ਐਸਬੀਆਈ ਮਸ਼ੀਨ ਦੇ ਥਰੂ ਜਿਹੜੀ ਬਿਲਿੰਗ ਕਰਨ ਜਾਏਗਾ, ਉਹਦੀ ਐਸਬੀਆਈ ਮਸ਼ੀਨ ਦੇ ਵਿੱਚ ਆਪਾਂ ਡਾਊਨਲੋਡ ਕਰ ਦਾਂਗੇ। ਉਹ ਡਾਊਨਲੋਡ ਕਰਨ ਤੋਂ ਬਾਅਦ ਉਸਨੂੰ ਸਾਰੀ ਹਿਸਟਰੀ ਉਸ ਵਿੱਚ ਹੈਗੀ ਹੈ, ਤਾਂ ਨਵੀਂ ਰੀਡਿੰਗ ਪਾ ਕੇ ਹਿਸਟਰੀ ਬੇਸ 'ਤੇ ਉਹ ਉਹਦੀ ਕੰਜ਼ਪਸ਼ਨ ਕੱਢ ਕੇ ਉਹਦੀ ਬਿਲਿੰਗ ਕਰਦੇ ਆ ਐਜ਼ ਪਰ ਈਐਸਏਐਮ ਦੇ ਅਕੋਰਡਿੰਗ ਜੋ ਉਸਦੇ ਕਰੰਟ ਰੇਟ ਚੱਲ ਰਹੇ ਨੇ। ਅਤੇ ਇਸ ਨਾਲ ਹੀ ਉਹ ਉਸ ਨੂੰ ਇਸ ਸਰਵਰ ਨਾਲ ਹੈਂਡਸ਼ੇਕ ਕਰਕੇ ਡਾਟਾ ਅਪਲੋਡ ਕਰੇਗਾ, ਅਤੇ ਐਸਏਪੀ ਸਰਵਰ ਅਤੇ ਜੋ ਐਸਬੀਐਮ ਦੇ ਵਿੱਚ ਬਿਲਿੰਗ ਲਈ ਆਪਾਂ ਰੀਡਿੰਗ ਲਈ ਹੈ, ਐਸਬੀਐਮ ਨੇ ਬਿਲਿੰਗ ਦੇ ਵਿੱਚ ਬਿਲਿੰਗ ਕੀਤੀ ਜਿਸ ਰੀਡਿੰਗ ਨਾਲ, ਉਹ ਐਸਏਪੀ ਸਰਵਰ 'ਤੇ ਵੀ ਅਪਲੋਡ ਹੋ ਜਾਏਗੀ, ਤਾਂ ਉਸ ਨਾਲ ਕੈਲਕੂਲੇਸ਼ਨ ਹੋ ਗਈ ਇਹਦੀ ਸੈਪ 'ਤੇ ਵੀ ਬਿਲਿੰਗ ਹੋ ਜਾਏਗੀ, ਪਲੱਸ ਉੱਥੇ ਕੰਜ਼ਿਊਮਰ ਨੂੰ ਵੀ ਐਸਬੀਐਮ ਬਾਏ ਬਿਲ ਡਿਲੀਵਰ ਕਰਾਇਆ ਜਾਏਗਾ। ਜੋ ਅਪਲੋਡ ਕਰਨ ਤੋਂ ਬਾਅਦ ਜਦੋਂ ਬਿੱਲ ਡਿਲੀਵਰ ਹੋ ਗਏ, ਜੋ ਟਾਈਮ ਪੀਰੀਅਡ ਖਤਮ ਹੋ ਗਿਆ ਉਸ ਸਾਈਕਲ ਦਾ, ਤਾਂ ਉਹ ਫਿਰ ਐਸਬੀਐਮ ਬਾਏ ਰੀਡਿੰਗਸ ਦੀ ਜੋ ਡਾਟਾ ਹੈ
ਉਹ ਅਪਲੋਡ ਕਰ ਦਿੰਦਾ। ਕੁਝ ਟੈਕਨੀਕਲ ਜਾਂ ਕਨੈਕਟੀਵਿਟੀ ਇਸ਼ੂ ਕਰਕੇ ਕੁਝ ਰੀਡਿੰਗ ਅਪਲੋਡ ਨਹੀਂ ਹੋ ਪਾਈਆਂ, ਤਾਂ ਉਹ ਇੱਕ ਆਪਾਂ ਕਨੈਕਟੀਵਿਟੀ ਦਾ ਵੀ ਦਿੱਤਾ ਹੈ ਕਿ ਉਸ ਪੀਸੀ ਤੇ ਕਨੈਕਟ ਕਰਕੇ ਉਹ ਅਪਲੋਡ ਕਰੇਗਾ, ਜਿਸ ਨਾਲ ਜੋ ਬਿਲਸ ਵਗੈਰਾ ਨੇ ਸਿੰਕ ਹੋ ਜਾਣਗੇ, ਪੀਐਸਪੀ ਦੇ ਸਾਈਟ ਤੇ ਵੀ ਅਵੇਲੇਬਲ ਹੋ ਜਾਣਗੇ, ਐਸਏਪੀ ਦੇ ਨਾਲ ਵੀ ਸਿੰਕ ਹੋ ਜਾਏ ਕੁਝ ਜਿਨ੍ਹਾਂ ਦੀ ਰੀਡਿੰਗ ਮਿਸ ਹੋ ਗਈ। ਤੇ ਇਨ ਫਿਊਚਰ 'ਚ ਜੇ ਕਿਸੇ ਦੀ ਮਤਲਬ ਬਿਲਿੰਗ ਦੇ ਵਿੱਚ ਇੱਦਾਂ ਹੋਇਆ ਕਿ ਉਹਦੀ ਰੀਡਿੰਗ ਆਈ ਨਹੀਂ ਜਾਂ ਐਸਬੀਐਮ ਬॉय ਨੇ ਰੀਡਿੰਗ ਨਹੀਂ ਲਈ ਜਾਂ ਸਕਿਪ ਕਰਤਾ ਅਕਾਊਂਟ ਨੰਬਰ ਜਾਂ ਉਸ ਨੂੰ ਸਬਮਿਟ ਦਾ ਮੀਟਰ ਨਹੀਂ ਮਿਲਿਆ, ਤਾਂ ਐਸਏਪੀ ਕੀ ਕਰੇਗਾ, ਐਸਏਪੀ ਇੱਕ ਲੌਜਿਕ ਯੂਜ਼ ਕਰੇਗਾ, ਜਿਸ ਦੀ ਰੀਡਿੰਗ ਨਹੀਂ ਆਈ ਉਸਦੀ ਇੱਕ ਐਨ ਕੋਡ ਤੇ ਬਿਲਿੰਗ ਕਰ ਦੇਗਾ ਤਾਂ ਜੋ ਪੀਐਸਪੀਸੀਐਲ ਨੂੰ ਰੈਵਨਿਊ ਲੋਸ ਨਾ ਹੋਵੇ। ਤਾਂ ਇਨ ਫਿਊਚਰ ਜੋ ਅਗਲਾ ਨੈਕਸਟ ਬਿੱਲ ਜਦੋਂ ਬਣੇਗਾ ਐਨ ਤੋਂ ਬਾਅਦ O ਦਾ, ਜੋ ਇਹਦੀ ਰੀਡਿੰਗ ਐਨ ਤੋਂ ਘੱਟ ਹੈ ਤਾਂ ਉਹਦੀ ਐਡਜਸਟਮੈਂਟ ਪਾਸ ਕਰਕੇ ਉਹਦਾ ਕਰੈਕਟ ਬਿੱਲ ਕ੍ਰੀਏਟ ਕਰ ਦੇਗਾ। ਇਸੇ ਤਰ੍ਹਾਂ ਹੁਣ ਜੋ ਪਹਿਲਾਂ ਸੀਗਾ ਕਿ ਉਹ ਡਵੈਕ ਦੇ ਵਿੱਚ ਖਾਤੇ ਆ ਗਏ ਤਾਂ ਉਹਨਾਂ ਦੀ ਬਿਲਿੰਗ ਦਾ ਪ੍ਰੋਸੈਸ, ਹੁਣ ਇਹ ਜਿਹੜੇ ਨਿਊ ਕਨੈਕਸ਼ਨ ਜੋ ਲੱਗਣੇ ਨੇ ਇਸ ਦਾ ਆਪਾਂ ਦੱਸਿਆ ਹੋਇਆ। ਹੁਣ ਇਹਦੇ ਵਿੱਚ ਜਿਵੇਂ ਉੱਥੇ ਪੋਲ ਲੱਗੇ ਹੋਏ ਨੇ, ਪੋਲ, ਡੀਟੀ, ਫੀਡਰ, ਇਹ ਸਾਰੇ ਫਿਜ਼ੀਕਲੀ ਇੰਸਟਾਲ ਨੇ, ਪਰ ਉਹਨਾਂ ਨੂੰ ਆਪਾਂ ਐਸਏਪੀ ਦੇ ਵਿੱਚ ਵੀ ਮਾਈਗ੍ਰੇਟ ਕਰਨਾ ਪਏਗਾ ਤਾਂ ਉਹਨਾਂ ਨੂੰ ਵੀ ਇੱਕ ਲੋਕੇਸ਼ਨ, ਇੱਕ ਆਬਜੈਕਟ ਦੇਣਾ ਪਏਗਾ। ਇਹਨਾਂ ਵਿੱਚ ਇੱਕ ਹਾਇਰਾਰਕੀ ਬਣੇਗੀ, ਫੀਡਰ ਤੋਂ ਥੱਲੇ ਡੀਟੀ, ਸਰਵਿਸ ਲਾਈਨ, ਐਲਟੀ, ਜੋ ਵੀ ਆਪਣੀ ਹਾਇਰਾਰਕੀ ਦੇ ਥਰੂ ਆਪਾਂ ਉਹਦਾ ਪੂਰੀ ਹਾਇਰਾਰਕੀ ਬਣਾਵਾਂਗੇ, ਜਿਸ ਨਾਲ ਇਨ ਫਿਊਚਰ ਜਦੋਂ ਆਪਾਂ ਰਿਪੋਰਟ ਕੱਢਦੇ ਹਾਂ ਤਾਂ ਪ੍ਰੋਪਰ ਉਹਦੀ ਆਊਟਪੁੱਟ ਵੀ ਦੇਵੇ, ਕਿਸ ਦੇ ਅੰਦਰ ਕਿੰਨੇ ਕੰਜ਼ਿਊਮਰ, ਕਿੰਨੇ ਡੀਟੀ, ਕਿੰਨੇ ਐਲਟੀ ਤੇ ਕਿੰਨੇ ਐਚਟੀ ਨੇ। ਤੇ ਜਿਹੜਾ ਕੰਜ਼ਿਊਮਰ ਦਾ ਨੀਅਰਸਟ ਹੁੰਦਾ ਹੈ ਐਲਟੀ ਪੋਲ ਸਰਵਿਸ ਲਾਈਨ ਹੁੰਦਾ, ਉਹਦਾ ਨਿਮ ਨੰਬਰ ਹੁੰਦਾ ਹੈ 21, ਜੋ ਅਸੀਂ ਪੋਲ ਦੇ ਉੱਪਰ ਯੈਲੋ ਪੇਂਟ ਕਰਕੇ 21 ਨੰਬਰ ਦਾ ਲਿਖਿਆ ਹੋਇਆ। ਉਸੀ ਦਾ ਇੱਕ ਉਸਦੇ ਹੀ ਪੈਰਲਲ ਐਸਏਪੀ ਨੇ ਇੱਕ ਆਪਣਾ ਨੰਬਰ ਜਨਰੇਟ ਕੀਤਾ ਹੁੰਦਾ ਹੈ ਜੋ ਯੂਨੀਕ ਰਵੇ, ਕਿਉਂਕਿ ਹੋ ਸਕਦਾ ਹੈ ਕਿ ਫੀਲਡ ਦੇ ਵਿੱਚ ਡੁਪਲੀਕੇਸੀ ਹੋ ਸਕਦੀ ਹੈ, ਪਰ ਐਸਏਪੀ ਹਰ ਇੱਕ ਦਾ ਇੱਕ ਆਪਾਂ ਯੂਨੀਕ ਨੰਬਰ ਬਣਾ ਰਿਹਾ। ਤੇ ਯੂਨੀਕਨੈਸ ਨੂੰ ਕੈਰੀ ਕਰਨ ਲਈ, ਕੰਟੀਨਿਊ ਕਰਨ ਲਈ ਇਸਨੇ ਕੀ ਕੀਤਾ ਹੈ ਕਿ ਜੋ 21 ਨੰਬਰ ਦਾ ਡਿਜਿਟ ਹੈ ਉਸ ਦੇ ਕੋਰਸਪੋਂਡਿੰਗ ਆਪਾਂ ਇੱਕ ਮਾਈਗ੍ਰੇਟ ਕਰਤਾ, ਐਸਏਪੀ ਦਾ ਨੰਬਰ ਦੇਤਾ ਉਸ ਨੂੰ। ਜਦੋਂ ਵੀ ਯੂਡੀਸੀ ਹੁਣ ਉਹ ਆਪਣੇ ਐਸਏਪੀ ਡਾਟਾ ਸੈਂਟਰ, ਜੋ ਪੀਐਸਪੀਸੀ ਦਾ ਡਾਟਾ ਸੈਂਟਰ ਹੈ ਹੈਡ ਆਫਿਸ, ਉਹਦੇ ਵਿੱਚ ਸਾਰਾ ਜੋ ਵੀ ਮਾਈਗ੍ਰੇਟ ਡਾਟਾ ਕੀਤਾ ਉੱਥੇ ਅਵੇਲੇਬਲ ਪਿਆ। ਜਦੋਂ ਵੀ ਅਸੀਂ ਆਪਾਂ ਸਬਡਿਵੀਜ਼ਨ ਵਿੱਚ ਕੰਮ ਕਰਾਂਗੇ ਤੇ ਡਾਟਾ ਤੋਂ ਫੈਚ ਕਰੇਗਾ, उसकी हिस्ट्री फैच करेगा, तो उसके उत्ते आप वर्क करांगे। वर्क के की होएगा फिर जो किसी कंज्यूमर ने न्यू कनैक्शन के उपर या यूडीसी के कोल फ्रंट डेस्क पर आ गया, लोड चेंज आ गया, जिस पार्ट के मीटर चेंज हो गया, लोड एक्सटेंशन में मीटर चेंज हो जाता, जो MCO कराना है, जब मीटर शिफ्टिंग करानी है, कुछ भी एक्शन जो लै रहे हैं तो जो शिफ्ट कर रहे हैं आप कनैक्शन में ਜਾਂ न्यू कनैक्शन लग रहा कुछ भी ETC आप उसके उत्ते एक्सरसाइज कर रहे हैं तो उसका ST पोल जो चेंज हो रहा है तो उसनों आप लिंक करांगे तो UDC उसकी एक रिक्वेस्ट पाएगा जो फ्रंट डेस्क ते उन्होंने CC UDC डील कर रहे कंज्यूमर को एक रिक्वेस्ट पा के और जी अथॉरिटी नैक्सट अथॉरिटी फॉरवर्ड कर देगा। तो उस जेई जो भी ME लैब तो ਜਾਂ जो भी एक्शन लैन वाला है जो डिवाइस DM पार्ट में कवर होता है वो डिवाइस वगैरह इशू करेगा ME लैब तो डिवाइस कंज्यूमर को इशू करके जो कंज्यूमर का अकाउंट नंबर है जो ऑर्डर नंबर है जो UDC ने क्रिएट किया है उस नाल उसकी डिवाइस लिंक करके बाद जो एंड टाइम पे एंड यूजर जो मीटर इंस्टॉल कर रहा है तो उसमें एक IP ਉਹਦਾ फीडर का एक नील नंबर पूछेगा तो नील नंबर ਦੇ ਵਿੱਚ ਆਪਾਂ उसका SAP वाला स्टैंडर्ड जो नील नंबर आप ट्रेस कर सकते हैं उस हैल्प बॉक्स दिता होगा ਜਾਂ उसमें जो जेई ਨੂੰ अपने फीडर का LT पोल याद है तो वो LT पोल पा के उस कंज्यूमर की टैगिंग कि इस कंज्यूमर के अंडर इस LT पोल के अंडर यही कंज्यूमर है तो उस LT पोल के मल्टीपल कंज्यूमर भी हो सकते हैं एक कंज्यूमर भी हो सकता है जो एक LS का कंज्यूमर है वो कल एक ST पोल से भी आप टैग कर सकते हैं तो एज पर जो भी अपनी लोड के बेस से आप उसकी टैगिंग करते हैं कि किन्ने कंज्यूमर इस पोल पोल उसनों डील कर सकते हैं। तो इन फ्यूचर उस तो बाद जो रिपोर्ट्स आप कढ़ांगे तो वही ATM लॉसिस से पूरा इफेक्ट पाएगा ये असैसमेंट आप करते हैं तो जी डिस्ट्रीब्यूशन पोर्टल से आप अपलोड करते हैं ATM लॉसिस रिपोर्ट उस कढ़न तो पहले SAP आप रिपोर्ट कढ़ांगे किन्ने यूनिट उस एरिए के इस टाइम पीरियड एक साल के ਜਾਂ इस टाइम पीरियड के किन्ने पंप होए तो किन्ने बिल्ड होए ने तो थैफ्ट या लॉसिस किन्ने होए ने तो वो भी आउटपुट सही तां ही निकलेगी जे तुहाडी टैगिंग सही है जो एंड यूजर ने वो टैगिंग सही की है अदरवाइज वो आउटपुट रिपोर्ट्स गलत आती है। सर जे टैक्नीकल पार्ट जो कंपलीशन के फीडर का टैगिंग करने का पार्ट जो जेई साहब के अंडर आता है
जेई उसनों टैग करेगा, लिंक करेगा तो करैक्शन क्योंकि तुम पहले जैसे सिस्टम कॉमन सेंस नहीं है, वो एंड यूज़र जो इनपुट देगा उसने वो इनपुट सिलेक्ट कर लेनी है तो कंटिन्यू कर देना है। बस असी ऐसे भी इन्ना लगा सकते कि उस सब के अंडर है वो फीडर, उस सब के नाम लिंक करता फीडर तो वो टैग कर देगा। ऑथराइजेशन चेक है पर उसके अंदर 4 फीडर आ रहे हैं, 4 एंटी पोल आ रहे हैं या 5 आ रहे हैं तो किसी ने तो भी कर देंगे तो गलत कर रहा है तो एंड यूज़र की मिस्टेक करके होगा जी थोड़ी फिर जी आउटपुट आएगी गलत आएगी। ਪਹਿਲਾਂ ਦੇ ਸਟੈਪ ਦੇ ਆਉਣ ਤੋਂ ਪਹਿਲਾਂ ਹੀ ਲੱਗੂਗਾ ਜੀ ਕੋਡ ਵਗੈਰਾ ਸਾਰੇ ਵੈਰੀ ਦੇ ਦੀ बिल्कुल जी, जो भी वही है ना अपना यही चीज़ दस रही है जो फ्लो है जो फिजिकली फील्ड एग्जिस्ट कर रहे हैं वो फिर उन्होंने आप SAP के नाम करवाने ਉਹ ਵੀ ਚਾਹੀਦੀ नहीं वो IT एंड करके देगा ਤੁਸੀਂ ਲਿਖਿਆ IT डिपार्टमेंट फॉर टैगिंग कंज्यूमर तो ये ਆਪਾਂ ਉਹਨੂੰ ਮਾਈਗ੍ਰੇਟ ਕਰਕੇ ਦੇਵਾਂਗੇ ਤੇ IT डिपार्टमेंट ਉਹ ਮਾਈਗ੍ਰੇਟ ਕਰੇਗਾ ਜਿਵੇਂ ਕੰਜ਼ਿਊਮਰ ਮਾਈਗ੍ਰੇਟ ਹੁੰਦੇ ਨੇ ਉਵੇਂ ਇੱਕ ਪੋਲ ਦਾ ਸਾਰਾ ਡਾਟਾ ਮਾਈਗ੍ਰੇਟ ਹੋਏਗਾ ਤੇ ਡਾਟਾ ਸੈਂਟਰ ਦੇ ਸਰਵਰ ਤੇ ਅਵੇਲੇਬਲ ਹੋਊਗਾ। ਤੁਸੀਂ ਡਾਟਾ ਫੈਚ ਕਰੋਗੇ ਤਾਂ ਆਊਟਪੁੱਟ ਦੇ ਵਿੱਚ ਤੁਹਾਨੂੰ ਡਾਟਾ ਦਿਖਾਏਗਾ। ਸਰ ਤੁਸੀਂ ਫੀਡਰ ਦੱਸ ਰਹੇ ਸੀ ਇੱਕ ਡਮੀ ਫੀਡਰ जो कुछ होंगे ने बाउंड्री मीटर तो बाहर होंगे ने ਹਾਂਜੀ। बर्तन देने पे बाउंड्री मीटर तो बाहर जिन्ने भी फीडर ने वो कंज्यूमर ਜਿਹੜੇ ਹੁੰਦੇ ਨੇ ਉਹ ਸਾਰੇ ਡਮੀ ਫੀਡਰਸ ਹੁੰਦੇ ਨੇ। ਜਦੋਂ ਅਸੀਂ ATM ਲੋਸਿਸ ਦੀ ਰਿਪੋਰਟ ਕੈਲਕੂਲੇਟ ਕਰਦੇ ਹਾਂ ਤਾਂ ਕੰਜ਼ਿਊਮਰ ਨੂੰ ਉਹਦੇ ਵਿੱਚ ਕੰਸੀਡਰ ਨਹੀਂ ਕੀਤਾ ਜਾਂਦਾ। ਅਗਰ ਕੋਈ ਕੁਐਰੀ ਹੋਵੇ ਚਲਿਏ नीचे आता कैसे ਇਹ ਸਰ ਜਿਹੜੀ ਸੈਸਮੈਂਟ ਰਿਪੋਰਟ ਵਗੈਰਾ ਜੇ ਆਊਟਪੁੱਟ ਨਿਕਲੇਗੀ ये हम सर एक रेस्टोरेंट में ਕਿਹੜੀ ਸਰ ਇਹ ਸਰ ਉੱਪਰ ਚੌਥਾ ਪੁਆਇੰਟ चौथे पॉइंट पर 1 2 3 4 ये वही है ना UDC ऑर्डर क्रिएट करेगा। ये सब सामने पता ही है नौ चार तो ਨੋਨ ਸੈਪ ਤੋਂ ਆਪਾਂ SAP ਦੇ ਵਿੱਚ ਜਿਹੜੀ ਰਿਕੁਐਸਟ ਹੈ ਉਹ ਅੰਡਰ ਇੱਕ ਆਰਡਰ ਬਣਦਾ ਹੈ। SAP ਦੇ ਵਿੱਚ ਹੈ ਕਿ ਤੁਸੀਂ ਇੱਕ ਰਿਕੁਐਸਟ ਜਨਰੇਟ ਕਰੋਗੇ, ਇੱਕ ਕੰਜ਼ਿਊਮਰ ਬੇਸ ਤੇ ਰਿਕੁਐਸਟ ਜਨਰੇਟ ਹੋਏਗੀ, ਉਸ ਆਰਡਰ ਬੇਸ ਦੇ ਉੱਤੇ ਅੱਗੇ ਵਰਕ ਹੋਏਗਾ। सर और ये वाला कंज्यूमर रिक्वेस्ट की में देगा और वो फाइल की फॉर्म जो अपनी रेगुलेशन पर रिक्वेस्ट लेंगे हैं जो भी इस वक्त जे ऑनलाइन अप्लाई कर लो एक ऑनलाइन नहीं होगा, सिंगल विंडो अप्लाई कर सिंगल विंडो जो न्यू कनेक्शन अप्लाई होएगा बिल्कुल हो सकता है हो सकता है। जो सिंगल विंडो के थ्रू कनेक्शन आएगा उसे न्यू कनेक्शन नहीं आता वो सिंगल विंडो के अंदर क्या करेंगे ये बस सिंगल विंडो से न्यू कनेक्शन आता है पर जो डिवाइस इंस्टॉलेशन है वो जेई ऑर्डर कर करेगा। हमारी बेसिक टर्मिनोलॉजी रोल्स वगैरह ने ਜਿਹੜੇ SAP ਦੇ ਜਿਹੜਾ BP है बिजनेस पार्टनर ਕੀ ਕੰਟੇਨ ਕਰਦਾ ਹੈ, ਇਸ ਦੀ ਇੱਕ ਹਾਇਰਾਰਕੀ ਹੈ BP CEO ਤੇ ਹਰ ਇੱਕ ਜਿਹੜੀ ਹਾਇਰਾਰਕੀ ਦੇ ਵਿੱਚ ਜਿੰਨੇ ਵੀ ਉਸਦੇ ਰੋਲ ਵਗੈਰਾ ਨੇ SAP ਦੀ ਟਰਮੀਨੋਲੋਜੀ ਦੇ ਤਾਂ ਉਸ ਦੇ ਵਿੱਚ ਡਾਟਾ ਕੰਟੇਨ ਕਰ ਰਿਹਾ ਹੈ। ਜੋ ਵੀ ਆਪਾਂ ਰਿਪੋਰਟ ਕਰਦੇ ਹਾਂ ਤਾਂ ਉਸ ਬੇਸ ਦੇ ਉੱਤੇ ਜੋ ਯੂਜ਼ਰ ਨੇ ਇਨਪੁਟ ਪਾਈ ਹੈ ਤਾਂ ਉਸ ਡਾਟਾ ਨੂੰ ਆਪਾਂ ਸੇਵ ਕਰਾ ਲੈਂਦੇ ਹਾਂ। ਉਹ ਡਾਟਾ ਸੇਵ ਕਰਨ ਤੋਂ ਬਾਅਦ ਆਊਟਪੁੱਟ ਦੇ ਵਿੱਚ ਵੀ ਉਹੀ ਦਿਖਾਏਗਾ ਜੋ ਇਨਪੁੱਟ ਦੇ ਵਿੱਚ ਯੂਜ਼ਰ ਨੇ ਪਾਇਆ ਜਾਂ ਮਾਈਗ੍ਰੇਸ਼ਨ ਟਾਈਮ ਦੇ ਵਿੱਚ ਮਾਈਗ੍ਰੇਟ ਹੋਏਗਾ। BP ਕੀ ਕਵਰ ਕਰਦਾ, BP ਦੇ ਵਿੱਚ ਹੁੰਦਾ ਕਿ ਕੰਜ਼ਿਊਮਰ ਦੇ ਰਿਲੇਟਡ ਜੋ ਆਰਗੇਨਾਈਜੇਸ਼ਨ ਹੈ ਜਾਂ ਪਰਸਨ ਹੈ ਉਸ ਦੇ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਸਾਰੀ BP ਦੇ ਅੰਦਰ ਕਵਰ ਹੁੰਦੀ ਹੈ। BP ਦੇ ਵਿੱਚ ਉਹਦਾ ਫੋਨ ਨੰਬਰ, ਆਧਾਰ ਕਾਰਡ, ID, ਕਿਸ ਸਬਸਿਡੀ ਦੇ ਨਾਲ ਬਿਲੋਂਗ ਕਰਦਾ ਹੈ ਤੇ ਉਸਦਾ ਨੇਚਰ ਕੀ ਹੈ, BP ਟਾਈਪ ਕੀ ਹੈ ਕਿ ਉਹ ਗਵਰਨਮੈਂਟ ਹੈ ਜਾਂ ਨੋਰਮਲ ਕੰਜ਼ਿਊਮਰ ਹੈ ਜਾਂ ਰੇਲਵੇ ਕੰਜ਼ਿਊਮਰ ਹੈ ਜਾਂ ਸੈਂਟਰ ਗਵਰਨਮੈਂਟ ਦਾ ਹੈ ਜਾਂ ਪੰਜਾਬ ਗਵਰਨਮੈਂਟ ਦਾ। ਇਸ ਬੇਸ 'ਤੇ ਅਸੀਂ ਉਸਦੀ ਜੋ ਵੀ ਕੰਸੈਸ਼ਨ ਹੈ ਜਾਂ ਰਿਬੇਟ ਜਾਂ ਕੁਛ ਐਕਸਟਰਾ ਚਾਰजेस ਕਰਨਾ ਹੁੰਦਾ ਹੈ ਤਾਂ ਉਹ ਇਸੀ ਬੇਸ 'ਤੇ ਉਹ ਸਿਲੈਕਟ ਆਪਣੇ ਆਰਡਰ ਵਗੈਰਾ ਦੇ ਚੈੱਕ ਲੱਗ ਜਾਂਦੇ ਨੇ ਤੇ ਉਹਦੇ ਵਿੱਚ ਜਿਹੜਾ ਕ੍ਰੀਏਸ਼ਨ ਕਰਦਾ ਹੁੰਦਾ ਉਹ ਪਾਰਟਨਰ ਨੂੰ CC ਕਰਦਾ ਹੁੰਦਾ ਹੈ ਜੋ UDC ਜਾਂ CC ਤੇ SAP ਜੇ CC ਰੋਲ ਹੈ ਉਹ ਭਾਵੇਂ ਤੁਸੀਂ UDC ਨੂੰ ਦੇ ਕੇ ਕੰਮ ਕਰਾ ਰਹੇ ਹੋ ਜਾਂ CC ਤੋਂ ਕੰਮ ਕਰਾ ਰਹੇ ਹੋ, ਵਿੰਡੋ ਦੋਨਾਂ ਲਈ ਸੇਮ ਹੁੰਦੀ ਹੈ। ਤੁਹਾਡੀ ਹਾਈ ਅਥਾਰਟੀ ਡਿਸਾਈਡ ਕਰਦੇ ਹੈ ਕਿ ਕੰਜ਼ਿਊਮਰ ਡੀਲਿੰਗ ਕੌਣ ਕਰੇਗਾ ਤੇ ਬੈਕਐਂਡ ਡੀਲਿੰਗ ਜਾਂ ਬਿਲਿੰਗ ਨਾਲ ਰਿਲੇਟਡ ਡੀਲਿੰਗ ਕੌਣ ਕਰੇਗਾ। ਕੰਟਰੈਕਟ ਅਕਾਊਂਟ ਤੇ BP ਇਹ ਦੋਨੋਂ ਜੋ ਵੀ SAP ਦੀ ਟਰਮੀਨੋਲੋਜੀ ਦੇ ਗੱਲ ਕਰ ਰਹੇ ਹਾਂ ਇਹ ਸਾਰੀਆਂ ਯੂਨੀਕ ਹੋਣਗੀਆਂ, ਕਿਸੇ ਚੀਜ਼ ਦੀ ਵੀ ਡੁਪਲੀਕੇਸੀ ਨਹੀਂ ਹੋਏਗੀ। ਕੰਟਰੈਕਟ ਅਕਾਊਂਟ ਵੀ ਇੱਕ ਯੂਨੀਕ ਨੰਬਰ ਹੈ ਤੇ ਇਸ ਦੇ ਵਿੱਚ ਕੀ ਹੋਏਗਾ ਜੇ ਆਪਾਂ ਦਾ ਨਿਊ ਕਨੈਕਸ਼ਨ, MCO, ਸਿਕਿਉਰਿਟੀ, ਕੋਈ ਰਿਬੇਟ, ਕੋਈ ਪੇਮੈਂਟ ਜਮ੍ਹਾਂ ਚਾਰਜ ਕਰਾਉਂਦਾ ਹੈ ਉਹ ਸਾਰੀ ਕੁਝ ਕੰਟਰੈਕਟ ਅਕਾਊਂਟ ਦੇ ਵਿੱਚ ਕਵਰ ਹੁੰਦੀ ਹੈ।
ਤਾਂ ਕੰਟਰੈਕਟ ਅਕਾਊਂਟ ਦੇ ਵਿੱਚ ਉਹਦਾ ਕਿੰਨੀ ਪੇਮੈਂਟਾਂ ਨੇ ਤੱਕ ਜਮ੍ਹਾਂ ਕਰਾਈਆਂ ਨੇ, ਕਿਸ ਨਾਲ ਕਿੰਨਾ ਉਸ ਨੂੰ ਅਮਾਊਂਟ ਸੀ ਤੱਕ ਚਾਰਜ ਕੀਤੀ ਹੈ, ਕਿਸ ਨਾਲ ਕਿੰਨਾ ਉਸ ਨੂੰ ਸਿਕਿਉਰਿਟੀ ਤੇ ਇੰਟਰਸਟ ਦਿੱਤਾ ਆਪਾਂ। ਨੈਕਸਟ ਆ ਜਾਂਦਾ ਕੰਟਰੈਕਟ, ਇਸ ਨੂੰ ਮੈਂ 2 ਮਿੰਟ ਬਾਅਦ 'ਚ ਦੱਸਾਂਗਾ। ਉਸ ਤੋਂ ਬਾਅਦ ਇਹਨੇ ਪ੍ਰਮਾਈਜ਼ ਵਿੱਚ ਕੀ ਹੁੰਦਾ ਹੈ, ਇੱਕ ਬੀਪੀ ਦੇ ਵਿੱਚ ਐਡਰੈਸ ਮੇਨਟੇਨ ਹੁੰਦਾ, ਇੱਕ ਪ੍ਰਮਾਈਜ਼ ਦੇ ਵਿੱਚ ਹੁੰਦਾ। ਪ੍ਰਮਾਈਜ਼ ਦੇ ਵਿੱਚ 2-3 ਚੀਜ਼ਾਂ ਆਪਾਂ ਡੀਲ ਕਰਦੇ ਹਾਂ। ਪ੍ਰਮਾਈਜ਼ ਦੇ ਇੱਕ ਤਾਂ ਬੀਪੀ ਦੇ ਵਿੱਚ UDC ਨੇ ਐਡਰੈਸ ਪਾਤਾ ਜੋ ਐਜ਼ ਪਰ ਆਧਾਰ ਕਾਰਡ ਜਾਂ ਉਸਨੇ ਫਾਈਲ ਐਂਡ ਫਾਰਮ ਤੇ ਭਰਿਆ। ਪ੍ਰਮਾਈਜ਼ ਦੇ ਵਿੱਚ ਕੀ ਹੁੰਦਾ, ਜਦੋਂ JEE ਜਾਂ ਟੈਕਨੀਕਲ ਟੀਮ ਉੱਥੇ ਵਿਜ਼ਿਟ ਕਰਕੇ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਉਹ ਫਸਟ ਫਲੋਰ ਜਾਂ ਸੈਕੰਡ ਫਲੋਰ ਤੇ ਬਿੱਲ ਡਿਲੀਵਰ ਹੋਣਾ ਹੈ। ਜੋ ਪ੍ਰਮਾਈਜ਼ ਦੇ ਵਿੱਚ ਆਪਾਂ ਐਡਰੈਸ ਪਾਵਾਂਗੇ ਉਹੀ ਐਡਰੈਸ SBM ਬॉय ਦੀ ਮਸ਼ੀਨ 'ਚ ਜਾਏਗਾ, ਤਾਂ ਉਸ ਐਡਰੈਸ ਨੂੰ ਦੇਖ ਕੇ ਸਪੋਰਟ ਬॉय ਉਹ ਬਿੱਲ ਡਿਲੀਵਰ ਕਰੇਗਾ। ਇੱਕ ਲੋਕੇਸ਼ਨ ਦੇ 4-5 ਮੰਜ਼ਿਲਾਂ ਹੋ ਸਕਦੀਆਂ ਨੇ, ਫਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ। ਉਸ ਤੋਂ ਦੱਸਾਂ ਬਹੁਤ ਕਿਹੜੀ ਸਟੋਰੀ ਦੇ ਵਿੱਚ ਜਾਂ ਕਿਹੜੇ ਫਲੋਰ ਦੇ ਉੱਤੇ ਬਿੱਲ ਡਿਲੀਵਰ ਕਰਨਾ ਹੈ। ਉਹ ਪ੍ਰਮਾਈਜ਼ ਦੇ ਵਿੱਚ ਉਹ ਆਪਾਂ ਉਸ ਨੂੰ ਡਿਫਾਈਨ ਕਰ ਦਿੰਦੇ ਹਾਂ, ਡਿਸਕ੍ਰਾਈਬ ਕਰ ਦਿੰਦੇ ਕਿ ਇਸ ਲੋਕੇਸ਼ਨ 'ਤੇ ਬਿੱਲ ਡਿਲੀਵਰ ਹੋਏਗਾ। ਨਾਲ ਉਸ ਦਾ ਫਲੈਟ ਸ਼ੋਪ ਦਾ ਸਾਰਾ ਐਡਰੈਸ ਆ ਗਿਆ, ਪਲੱਸ ਉਸ ਨੂੰ AC ਦੇ ਵਿੱਚ ਹੀ ਆਪਾਂ ਇੱਕ ਕਨੈਕਸ਼ਨ ਬੇਸਡ ਕਨੈਕਸ਼ਨ ਆਬਜੈਕਟ ਹੁੰਦਾ ਹੈ, ਜਿਸ ਵਿੱਚ ਆਪਾਂ ਉਸ ਦੀ ਟੈਗਿੰਗ ਕਰਦੇ ਹਾਂ ਕਿ ਜੋ ਪ੍ਰਮਾਈਸ ਹੈ ਇਹ ਪ੍ਰਮਾਈਸ ਕਿਸ ਪੋਲ ਦੇ ਨਾਲ ਲਿੰਕ ਹੈ। ਜਿਵੇਂ ਪਹਿਲਾਂ ਦੱਸਿਆ ਸੀ ਕਿ ਇਸ ਵਿੱਚ ਇੱਕ ਫੀਡਰ ਦੀ ਟੈਗਿੰਗ ਹੁੰਦੀ ਹੈ GIS ਦੇ ਵਿੱਚ। ਉਹ ਸਾਰਾ ਪਾਰਟ ਕਿਹਦੇ ਵਿੱਚ ਕਵਰ ਹੁੰਦਾ ਹੈ, ਉਹ ਜੋ ਵੀ ਹੈ ਲਿੰਕ ਉਸਦਾ ਜੋ ਰਿਕਾਰਡ ਨੂੰ ਮੇਨਟੇਨ ਕਰ ਰਿਹਾ ਉਹ ਪ੍ਰਮਾਈਸ ਕਰ ਰਹੀ ਹੈ। ਜਿੰਨੇ ਵੀ ਪਾਰਟ ਨੇ ਸਾਰਿਆਂ ਦੇ ਇੱਕ ਆਪਣੇ ਅਲੱਗ ਟੇਬਲ ਨੇ ਜਿੱਥੇ ਰਿਕਾਰਡ ਮੇਨਟੇਨ ਹੁੰਦਾ ਹੈ, ਜਿਵੇਂ ਐਕਸਲ ਵਿੱਚ ਆਪਣੇ ਟੇਬਲ ਹੁੰਦੇ ਨੇ, ਐਵੇਂ ਇਹਨਾਂ ਨੂੰ ਮੇਨਟੇਨ ਕਰਨ ਲਈ ਰਿਕਾਰਡ ਨੂੰ ਇਹਦੇ ਡਾਟਾਬੇਸ ਨੂੰ ਮੇਨਟੇਨ ਕਰਨ ਲਈ ਟੇਬਲਸ ਬਣੇ ਹੋਏ ਨੇ। ਤਾਂ ਇਹ ਸਾਰਾ ਡਾਟਾ ਉਸ ਵਿੱਚ ਸੇਵ ਹੋ ਜਾਂਦਾ ਹੈ। ਜਦੋਂ ਆਪਾਂ ਇਹਦੀ ਆਊਟਪੁੱਟ ਦੇਖਣ ਲਈ ਕਲਿੱਕ ਕਰਦੇ ਹਾਂ ਤਾਂ ਉਸ ਡਾਟਾ ਫੈਚ ਕਰਕੇ ਸਾਨੂੰ ਆਊਟਪੁੱਟ ਡਿਸਪਲੇ ਕਰਾ ਦਿੰਦੇ ਹੈ। ਇੰਸਟਾਲੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਉਸਦੀ ਕੰਜ਼ਿਊਮਰ ਦੀ ਰੇਟ ਕੈਟਾਗਰੀ ਕਿਹੜੀ ਹੈ। ਇੱਕ ਕੈਟਾਗਰੀ ਹੋਗੀ ਮੇਜਰ ਕੈਟਾਗਰੀ ਕੰਜ਼ਿਊਮਰ DS ਹੈ। ਨੈਕਸਟ ਆ ਜਾਂਦਾ ਰੇਟ ਕੈਟਾਗਰੀ, ਮਤਲਬ ਉਸ ਨੂੰ ਟੈਰਿਫ ਕਿਹੜਾ ਲੱਗਣਾ ਹੈ। ਟੈਰਿਫ ਲਾਈਕ ਉਸ ਨੂੰ DS ਲੈਸ ਦੈਨ 50 ਲੱਗਣਾ ਜਾਂ DS ਗ੍ਰੇਟਰ ਦੈਨ 50 ਲੱਗਣਾ ਹੈ ਜਾਂ ਗ੍ਰੇਟਰ ਦੈਨ 100 ਲੱਗਣਾ ਹੈ। ਉਹ ਸਾਰਾ ਡਿਸਾਈਡ ਕਿੱਥੋਂ ਹੁੰਦਾ, ਰੇਟ ਕੈਟਾਗਰੀ। ਉਹ ਰੇਟ ਕੈਟਾਗਰੀ ਕਿਹਦੇ ਵਿੱਚ ਪਾਈ ਜਾਂਦੀ ਹੈ, ਇੰਸਟਾਲੇਸ਼ਨ ਦੇ ਵਿੱਚ ਪਾਈ ਜਾਂਦੀ ਹੈ। ਉਸ ਦੇ ਵਿੱਚ ਆਪਾਂ ਸੇਵ ਕਰਾਉਂਦੇ ਹਾਂ ਅਤੇ ਉਹਨੂੰ TOD ਬੇਸ 'ਤੇ ਕੋਈ ਐਗਜ਼ੈਂਪਸ਼ਨ ਦੇਣੀ ਹੈ ਜਾਂ ਉਸਦੇ ਕੁਛ ਯੂਨਿਟ ਹੋਣੇ ਨੇ, ਤਾਂ ਉਹ ਸਾਰਾ ਕੁਝ ਰੇਟ ਕੈਟਾਗਰੀ ਬੇਸ 'ਤੇ ਹੀ ਹੁੰਦਾ ਹੈ। ਇਸ ਵਿੱਚ ਇੰਸਟਾਲੇਸ਼ਨ ਦੇ ਵਿੱਚ ਕੁਝ ਇੱਕ ਫੈਕਟਰ ਅਤੇ ਓਪਰੈਂਡ ਹੁੰਦੇ ਨੇ, ਜਿਸ ਬੇਸ ਦੇ ਉੱਤੇ ਫੈਕਟਰ ਦੇ ਵਿੱਚ ਆਪਣੇ ਓਪਰੈਂਡ ਦੇ ਵਿੱਚ ਵੈਲਿਊ ਹੁੰਦੀ ਹੈ ਨੇ। ਜਿਵੇਂ ਓਪਰੈਂਡ ਦੇ ਵਿੱਚ ਆਪਾਂ ਨੂੰ ਹੋ ਗਈ ਡਿਮਾਂਡ ਦਾ ਤੁਸੀਂ ਲਾਈਕ ਕੀ ਐਗਜ਼ਾਮਪਲ ਆ ਰਹੇ ਹੋ, ਡਿਮਾਂਡ ਦਾ ਮਤਲਬ ਕੀ ਹੋਏਗਾ, ਡਿਮਾਂਡ ਜੀ ਉਹਨੂੰ ਲੋਡ ਦੀ ਰਿਕੁਆਇਰਮੈਂਟ ਕਿੰਨੀ ਹੈ। ਡਿਮਾਂਡ ਦੀ CD ਵੀ ਆ ਸਕਦੀ ਹੈ ਕਿ CD ਕੰਟਰੈਕਟ ਡਿਮਾਂਡ ਦੀ ਉਹਨੂੰ ਕਿੰਨੀ ਰਿਕੁਆਇਰਮੈਂਟ ਕੀਤੀ ਹੈ। ਜੋ ਸੀਜ਼ਨਲ ਹੈ ਤਾਂ ਸੀਜ਼ਨਲ ਦੀ ਵੀ ਜਿੰਨੀ ਵੀ ਡਿਮਾਂਡ ਹੈ ਉਹ ਸਾਰੀ ਕੁਝ ਉਹ ਫੈਕਟਰ ਵਿੱਚ ਓਪਰੈਂਡ ਦੇ ਥਰੂ ਆਪਾਂ ਮੇਨਟੇਨ ਕਰਾਂਗੇ। ਤਾਂ ਉਸ ਬੇਸ ਦੇ ਉੱਤੇ ਆਪਾਂ ਉਸਦਾ ਆਊਟਪੁੱਟ ਬਿਲਿੰਗ ਦੇ ਉੱਪਰ ਵਿਊ ਕਰਾਵਾਂਗੇ, ਬਿੱਲ ਦੇ ਉੱਤੇ ਜਿਹੜਾ ਬਿੱਲ ਡਿਲੀਵਰ ਕਰਨਾ ਹੈ, ਅਤੇ ਉਸ ਦੇ ਵਿੱਚ ਉਹਦੀ ਹਿਸਟਰੀ ਸੇਵ ਹੋਵੇਗੀ। ਜਿੰਨੀ ਵਾਰ ਵੀ ਐਕਸਟੈਂਸ਼ਨ ਹੋਈ ਉਸਨੇ ਬਿੱਲ ਉਹਦਾ ਲੋਡ ਦਾ ਐਕਸਟੈਂਸ਼ਨ ਕੀਤੀ ਹੈ, ਉਹ ਸਾਰੇ ਰਿਕਾਰਡ ਉੱਤੇ ਸੇਵ ਵੀ ਹੋਏਗਾ, ਜਿਹਦੇ ਕਦੇ ਵੀ ਆਪਾਂ ਉਸਦਾ ਜਾ ਕੇ ਉਹਦਾ ਹਿਸਟਰੀ ਫੈਚ ਕਰ ਸਕਦੇ ਹਾਂ। ਇੰਸਟਾਲੇਸ਼ਨ ਦੇ ਵਿੱਚ ਹੋਰ ਨੈਕਸਟ ਉਹਦੀ ਲੈਜਰ ਕੀ ਹੈ, ਕੰਜ਼ਿਊਮਰ ਦੀ ਕਿਸ ਏਰੀਆ ਨਾਲ ਬਿਲੋਂਗ ਕਰਦਾ ਹੈ। ਲੈਜਰ ਬੇਸ ਦੇ ਉੱਤੇ ਬਿਲਿੰਗ ਹੁੰਦੀ ਹੈ ਕਿ ਲੈਜਰ ਜੋ ਉਸਦੀ ਸਹੀ ਉਸ ਨਾਲ ਅਸਾਈਨ ਹੋਏਗੀ, ਸਹੀ ਲੈਜਰ ਦੇ ਨਾਲ ਲਿੰਕ ਹੋਏਗਾ। ਤਾਂ ਜਦੋਂ ਬਿੱਲ ਡਿਲੀਵਰ ਕਰਨ ਜਿਹੜੀ ਮਸ਼ੀਨ ਜਾਣੀ ਹੈ, ਜਿਸ ਮਸ਼ੀਨ 'ਚੋਂ ਡਾਟਾ ਜਾਣਾ ਤਾਂ ਕਰੈਕਟ ਮਸ਼ੀਨ 'ਚ ਡਾਟਾ ਜਾਏਗਾ, ਅਦਰਵਾਈਜ਼ ਉਹ ਗਲਤ ਮਸ਼ੀਨ ਦੇ ਵਿੱਚ ਰੋਂਗ ਮਸ਼ੀਨ 'ਚ ਡਾਟਾ ਜਾਏਗਾ, ਜਿਸ ਕਰਕੇ SCB N ਕੋਡ ਦੀ ਬਿਲਿੰਗ ਹੋ ਜਾਏਗੀ। ਮੈਂ ਤੁਹਾਨੂੰ ਦੱਸਿਆ ਸੀ ਕਿ SBM ਬॉय ਬਿਲਿੰਗ ਕਰਨ ਜਾ ਕੇ ਕਿਸੇ ਕਾਰਨ ਕਰਕੇ ਰੀਡਿੰਗ ਨਹੀਂ ਲੱਗ ਪਾਇਆ। ਤਾਂ ਕੁਛ ਇਹ ਵੀ ਹੁੰਦਾ ਕਿ ਉਸਨੂੰ ਲੈਜਰ ਗਲਤ ਲੱਗੀ ਹੈ, ਤਾਂ ਜਦੋਂ ਦਾ ਫਸਟ ਸਾਈਕਲ ਦੇ ਵਿੱਚ ਬਿਲਿੰਗ ਹੋਣੀ ਚਾਹੀਦੀ ਸੀ, ਪਰ ਉਹਦਾ ਡਾਟਾ 4th ਸਾਈਕਲ ਵਿੱਚ ਆ ਰਿਹਾ, ਤਾਂ ਉਹਦਾ ਰੀਜ਼ਨ ਇਹੀ ਹੈ ਕਿ ਉਸਨੂੰ ਲੈਜਰ ਗਲਤ ਲੱਗੀ ਹੈ। ਨੈਕਸਟ ਆ ਗਿਆ ਆਪਣਾ ਡਿਵਾਈਸ ਦੇ ਵਿੱਚ ਕੀ ਹੈ, ਜਿਸ ਬੇਸ ਤੇ ਬਿਲਿੰਗ, ਜਿਸ ਬੇਸ ਤੇ ਉਹਦੀ ਕੰਜ਼ੰਪਸ਼ਨ ਨਿਕਲਣੀ ਹੈ। ਡਿਵਾਈਸ ਪਾਰਟ ਇਹੋ ਜਿਹੀ ਜਿਸ ਬੇਸ ਤੇ ਉਹਦੀ ਕੰਜ਼ੰਪਸ਼ਨ ਨਿਕਲਣੀ ਹੈ। ਤਾਂ ਇਸ ਵਿੱਚ ਡਿਵਾਈਸ ਦਾ ਆਪਾਂ ਦੱਸਾਂਗੇ ਉਹ CTPT ਹੈ, ਨੋਰਮਲ ਹੈ, ਕਰੰਟ ਟਰਾਂਸਫਾਰਮਰ ਨਾਲ ਇੰਸਟਾਲ ਹੈ, ਜਾਂ ਸਿੰਗਲ ਫੇਸ 3 ਫੇਸ ਹੈ। ਜੇ 3 ਫੇਸ ਹੈ ਤਾਂ 3 ਫੇਸ ਦੇ ਵਿੱਚ ਅੱਗੇ ਕਿਹੜਾ ਹੈ, LT ਜਾਂ CTPT, ਸੋਲਰ, ਇਹ ਸਾਰਾ ਕੁਝ ਡਿਵਾਈਸ ਦੇ ਵਿੱਚ ਹੀ ਹੁੰਦਾ ਹੈ। ਇਹਦਾ ਵੀ ਇੱਕ ਯੂਨਿਟ ਨੰਬਰ SCP ਕ੍ਰੀਏਟ ਕਰਦਾ ਹੈ। ਇਹ ਸਾਰਿਆਂ ਦੇ ਵਿੱਚ ਹਰ ਚੀਜ਼ ਦੀ ਇੱਕ ਡੁਪਲੀਕੇਸੀ ਹੋ ਸਕਦੀ ਹੈ, ਬਟ SCP ਹਰ ਚੀਜ਼ ਨੂੰ ਇੱਕ ਯੂਨਿਕ ਨੰਬਰ ਦੇ ਰਿਹਾ ਹੈ। ਕੱਲ੍ਹ ਨੂੰ ਆਪਾਂ ਜਦੋਂ ਟਰੇਸ ਕਰਦੇ ਹਾਂ ਤਾਂ ਉਹਦੇ ਨਾਮ ਜੋ ਉਹਦੇ ਕੁਝ ਫੈਕਟਰ ਨੂੰ ਨਾਲ ਉਹਦੇ ਯੂਨੀਕਨੈਸ ਕਰਕੇ ਟਰੇਸ ਕਰ ਸਕਦੇ ਹਾਂ। ਫਿਰ ਕੋਈ ਇੱਕ ਆਪਾਂ ਨਾਮ ਲੈ ਲੈਂਦੇ ਹਾਂ ਗੁਰਪ੍ਰੀਤ, ਤਾਂ ਉਹ ਨਾਮ ਹਰ ਇੱਕ ਸਬਡਿਵੀਜ਼ਨ ਵਿੱਚ ਐਗਜ਼ਿਸਟ ਕਰੇਗਾ, ਪਰ SCP ਵਿੱਚ
ਯੂਨੀਕ ਨੰਬਰਸ ਨੂੰ ਦੇ ਦੇਗਾ ਸੀਰੀਅਲ ਨੰਬਰ, ਜਿਸ ਬੇਸ ਤੇ ਆਪਾਂ ਪੂਰੇ ਪੰਜਾਬ ਦੇ ਵਿੱਚ PSPC ਸਭ ਦੇ ਜਿਹੜੀ ਹੈ SAP ਦਾ ਲੌਗਿਨ ਕਰਕੇ ਉਹਦੀ ਹਿਸਟਰੀ ਦੇਖ ਸਕਦੇ ਹਾਂ। ਤਾਂ ਉਹ ਯੂਨੀਕ ਨੰਬਰ ਜਿੱਥੇ ਵੀ ਅਸੀਂ ਜਾ ਕੇ ਪਾਵਾਂਗੇ ਤਾਂ ਉਹਦਾ ਸੇਮ ਹੀ ਕੰਜ਼ਿਊਮਰ ਖੁੱਲੇਗਾ।